साहिब जियो। गुरु नानक अंगद गुरु अमरदास पदबंद रामदास अर्जन गुरु वर श्री हरगोविंद। हरि राय हर कृष्ण गुरु तेग बहादुर चंद। दसवें गोविंद सिंह गुरु नमो चरण अरविंद। श्री गुर शब्द कमाए जन जीते पंच विकार। तिन संतन को वंदना सिर चरणन परतार। एक ओंकारा सतगुरु तेह प्रसाद सच होय। वाहिगुरु जी की फतेह। विघ्न विनाशन सोय। वाहिगुरु जी की फतेह। विघ्न विनाशन सोय। वाहिगुरु साहिब जियो। गिया मालती छंद श्री सतगुरु नानक प्रभु पद जलज को प्रणाम हो। अंगद गुरु श्री अंग संग है। पद है बंदत ताम हो। अमर गुर श्री अमर कर है। नाम लै तार जाम हो। गुरु रामदास जो दास रखियक। चरण ताकी साम हो। गिया मालती छंद श्री सतगुरु नानक प्रभु। वाहिगुरु जी का खालसा वाहिगुरु जी की फतेह। परम सतमान योग गुरु खालसा साध संगत जी ਆਪਾਂ संगत रूप जुड़ के रल मिल के जो कवि संत रेन प्रेम सिंह जी ने गुरपुर प्रकाश नाम का ग्रंथ अपने कर कमलों नाल काव्य रूप दे विच लिखिया है, वो आप प्रारंभ किया है। जिवें कवि जी की अंश वो कवि जी ने आप ही कवित विच निर्णय किया। भाव दसिया भी जो गुरु अंगद साहिब महाराज जी उन्होंने साहिबजादे दासू जी सन। उन्होंने 10वें थां ते मेरा जन्म होया। मेरे पिता का नाम लक्ष्मण सिंह सी
ਇਸੇ ਤਰ੍ਹਾਂ ਵੀ ਇਹ ਪੁਸਤਕ ਲਿਖਣ ਦਾ ਕਾਰਨ ਕੀ ਬਣਿਆ, ਸਬਬ ਕੀ ਬਣਿਆ, ਉਹ ਵੀ ਥੋੜ੍ਹਾ ਬਹੁਤਾ ਕਵੀ ਜੀ ਨੇ ਆਪ ਹੀ ਆਪਣੇ ਗ੍ਰੰਥ ਵਿੱਚ ਨਿਰਣਾ ਕਰ ਦਿੱਤਾ ਹੈ। ਬੇਦੀਆਂ ਦੀ ਵੰਸ਼ ਵਿੱਚੋਂ ਪ੍ਰੇਮ ਸਿੰਘ ਜੀ ਸਨ ਤੇ ਇਹਨਾਂ ਦਾ ਨਾਮ ਵੀ ਸੰਤ ਨਰੈਣ ਪ੍ਰੇਮ ਸਿੰਘ ਸੀ, ਜੋ ਗੁਰੂ ਅੰਗਦ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਸਨ। ਇਹ ਵੀ ਵਿਦਵਾਨ ਸਨ। ਉਹ ਬੇਦੀਆਂ ਦੀ ਵੰਸ਼ ਵਿੱਚੋਂ ਪੈਦਾ ਹੋਏ ਪ੍ਰੇਮ ਸਿੰਘ ਜੀ ਵੀ ਵਿਦਵਾਨ ਸਨ। ਇਹ ਵੀ ਸੱਤੋ ਵਾਲੀ ਗੜੀ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਟਕਸਾਲ ਚੱਲ ਰਹੀ ਹੈ ਭਾਈ ਮਨੀ ਸਿੰਘ ਜੀ ਦੀ, ਤੇ ਸੰਤ ਨਰੈਣ ਪ੍ਰੇਮ ਸਿੰਘ ਜੀ ਵੀ, ਇਹ ਬਾਬਾ ਅਮੀਰ ਸਿੰਘ ਜੀ, ਸੰਤ ਅਮੀਰ ਸਿੰਘ ਜੀ ਦੇ ਪਾਸੋਂ ਇਹ ਗੁਰਬਾਣੀ ਦੀ ਲੜਾਵਾਰ ਸੰਥਿਆ ਰੂਪ ਵਿੱਚ ਇਹਨਾਂ ਨੇ ਵਿਦਿਆ ਪੜ੍ਹੀ ਸੀ, ਸੰਥਿਆ ਲਈ ਸੀ। ਖੰਡੇ ਬਾਟੇ ਦਾ ਜਿਹੜਾ ਅੰਮ੍ਰਿਤ ਹੈ ਉਹ ਸੰਤ ਬਾਬਾ ਅਤਰ ਸਿੰਘ ਮਸਵਾਣਿਆਂ ਵਾਲੇ ਉਹ ਪੰਜਾਂ ਪਿਆਰਿਆਂ ਨਾਲ ਹੀ ਹਾਸਿਲ ਕੀਤਾ ਸੀ। ਫਿਰ ਉਹ ਮਹਾਂਪੁਰਸ਼ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਵਿਦਵਾਨ ਹੋ, ਸਿਆਣੇ ਹੋ, ਕਥਾਵਾਚਕ ਹੋ, ਇਹ 2 ਵਜੇ ਉੱਠ ਕੇ ਇਸ਼ਨਾਨ ਕਰਕੇ ਨਾਮ ਬਾਣੀ ਵਿੱਚ ਜੁੜਿਆ ਕਰੋ। ਇਸ ਤਰ੍ਹਾਂ ਤੁਹਾਡਾ ਫਿਰ ਸੰਗਤਾਂ ਉੱਪਰ ਪ੍ਰਭਾਵ ਪਏਗਾ, ਕਿਉਂਕਿ ਪਹਿਲੋਂ ਦੇ ਜੜ ਅੰਦਰ ਜੰਮਾ ਤਾਂ ਉੱਪਰ ਹੋਵੇ ਛਾਂ। ਜਿਵੇਂ ਕਿਸੇ ਦਰਖਤ ਦੀ ਜਿਹੜੀ ਜੜ ਹੈ ਧਰਤੀ 'ਚ ਪੱਕੀ ਤਰ੍ਹਾਂ ਹੈ, ਜੜੀ ਹੋਵੇ, ਲੱਗੀ ਹੋਵੇ, ਫਿਰ ਦਰਖਤ ਦੀ ਉੱਪਰ ਸੰਘਣੀ ਛਾਂ ਹੁੰਦੀ ਹੈ। ਇਸ ਤਰ੍ਹਾਂ ਜਿਹੜਾ ਕੋਈ ਬਖਤਾ ਹੈ, ਕਥਾ ਕਰਨ ਵਾਲਾ ਹੈ, ਉਹਦੀ ਸ਼ਰਧਾ ਰੂਪ ਜਿਹੜੀ ਜੜ ਹੈ ਜੇ ਗੁਰੂ ਦੇ ਨਾਲ ਜੁੜੀ ਹੋਵੇ, ਗੁਰੂ ਦੇ ਨਾਲ ਪੱਕੀ ਤਰ੍ਹਾਂ ਜੁੜੀ ਹੋ, ਗੁਰੂ ਉੱਪਰ ਪਰਮੇਸ਼ਰ ਪੱਕੀ ਤਰ੍ਹਾਂ ਸ਼ਰਧਾ ਹੋਵੇ, ਉਹ ਤਾਂ ਹੀ ਹੁੰਦਾ ਹੈ ਜੇ ਨਾਮ ਬਾਣੀ ਨਾਲ ਜੁੜਿਆ ਹੋਵੇ, ਨਿਤਨੇਮੀ ਹੋਵੇ। ਇਸ ਤਰ੍ਹਾਂ ਉਹਨਾਂ ਦੀ ਸਿੱਖਿਆ ਮੰਨ ਕੇ ਫਿਰ ਅੰਮ੍ਰਿਤ ਵੇਲੇ ਉੱਠਣ ਦੇ ਪੱਕੇ ਨਿਤਨੇਮੀ ਬਣ ਗਏ ਸਨ। ਨਿਤਨੇਮ ਤੋਂ ਬਾਅਦ ਹੀ ਫਿਰ ਸੰਗਤਾਂ ਵਿੱਚ ਜਾ ਕੇ ਕਥਿਆ ਕਰਿਆ ਕਰਦੇ ਸਨ। ਇਸ ਤਰ੍ਹਾਂ ਜਿਹੜੇ ਦੂਜੇ ਪ੍ਰੇਮੀ ਇਹਨਾਂ ਦੇ ਛੋਟੇ ਗੁਰ ਭਾਈ ਪ੍ਰੇਮ ਸਿੰਘ ਬੇਦੀਆਂ ਵੰਸ਼ ਵਿੱਚੋਂ, ਉਹ ਵੀ ਇਹ ਸੱਤੋ ਵਾਲੀ ਗਲੀ ਤੋਂ ਟਿਕੇ ਪੜ੍ਹੇ ਹੋਏ ਸੀ, ਇਹ ਵੀ ਵਿਦਵਾਨ ਸਨ। ਇਹਨਾਂ ਨੇ ਇੱਕ ਵਾਰੀ ਇਹਨਾਂ ਕੋਲ ਗੱਲ ਕੀਤੀ ਸੀ ਵੀ ਭਾਈ ਬਾਲੇ ਵਾਲੀ ਜਨਮ ਸਾਖੀ ਤੁਸੀਂ ਵੀ ਪੜ੍ਹੀ, ਮੈਂ ਵੀ ਪੜ੍ਹੀ ਹੈ। ਉਹਦੇ ਵਿੱਚ ਜਿਹੜਾ ਹੰਦਾਲੀਆਂ ਦੇ ਵਿੱਚੋਂ ਇੱਕ ਉਹਨਾਂ ਦਾ ਪੋਤਰਾ ਹੋਇਆ ਹੰਦਾਲ ਦਾ, ਉਹਨੇ ਜਨਮ ਸਾਖੀ ਕਬੀਰ ਪੰਥੀਆਂ ਦੇ ਨਾਲ ਸਾਖਤ ਨਾਲ ਮਿਲ ਕੇ ਵਿਗਾੜ ਦਿੱਤੀ ਹੋਈ ਹੈ, ਵਿਗੜੀ ਹੋਈ ਹੈ। ਉਹ ਪੜ੍ਹਨ ਨਾਲ ਗੁਰੂ ਕੇ ਸਿੱਖਾਂ ਉੱਪਰ ਮਾੜਾ ਪ੍ਰਭਾਵ ਪੈਂਦਾ ਹੈ, ਕਈ ਤਰ੍ਹਾਂ ਦੇ ਸੰਸ਼ੇ ਤੌਖਲੇ ਪੈਦਾ ਹੁੰਦੇ ਹੈ। ਉਧਰ ਦੂਜਾ ਜਿਹੜਾ ਇਤਿਹਾਸ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਤੇ ਉਹ ਇਤਿਹਾਸ ਸਮਾਪਤ ਕਰਦਿਆਂ ਸਾਰੀ ਫਿਰ ਚੜ੍ਹਾਈ ਕਰ ਗਏ ਸੀ, ਉਹ ਸੋਧ ਨਹੀਂ ਸਕੇ ਸਨ। ਅਕਾਲ ਤਖਤ ਤੇ ਭੇਟਾ ਕਰਕੇ ਚਲੇ ਗਏ। ਬਾਅਦ ਵਿੱਚ ਇਹੋ ਜਿਹੇ ਲੋਕਾਂ ਦੇ ਵਿੱਚ ਹੱਥ ਆ ਗਿਆ ਉਹ ਇਤਿਹਾਸ, ਉਹਦੇ ਵਿੱਚ ਵੀ ਕਾਫੀ ਰਲਾ ਮਲਾ ਕਰਦਾ। ਕਈ ਉਲਟ ਪੁਲਟ ਗੁਰਮਤਿ ਤੋਂ ਜਿਹੜੇ ਪ੍ਰਸੰਗ ਹੈ ਉਹ ਸਾਖਤ ਲੋਕਾਂ ਨੇ ਪਾ ਦਿੱਤੇ। ਜਿਹੜੇ ਕੋਈ ਸਿਆਣੇ ਵਿਦਿਆਰਥੀ ਹੈ ਕਿਸੇ ਉਸਤਾਦ ਪਾਸੋਂ ਗੁਰੂ ਕਾ ਇਤਿਹਾਸ ਪੜ੍ਹਦੇ ਹੈ, ਉਹ ਤਾਂ ਫਿਰ ਜਿਹੜਾ ਸਹੀ ਮਾਇਨਾ ਵਿੱਚ ਗੁਰੂ ਕਾ ਇਤਿਹਾਸ ਹੈ ਜਾਂ ਮਿਥਿਹਾਸ, ਉਹਦਾ ਨਾਲੋਂ ਨਾਲ ਨਿਰਣਾ ਕਰ ਦਿੰਦੇ ਵੀ ਇਹ ਇਸ ਤਰ੍ਹਾਂ ਰਲਾ ਮਿਲਾ ਹੋਇਆ ਹੈ।
ਦੂਜਿਆਂ ਨੂੰ ਨਹੀਂ ਪਤਾ ਚੱਲਦਾ, ਉਹ ਪੜ੍ਹ ਕੇ ਫਿਰ ਸ਼ੰਕਾ ਕਰਦੇ ਆਹ ਕੀ ਲਿਖਿਆ ਉਹ ਕੀ ਲਿਖਿਆ। ਜੇ ਅੱਜ ਕੱਲ੍ਹ ਵੀ ਜਿਨ੍ਹਾਂ ਨੇ 8 ਸਾਲ ਵਿੱਚੋਂ ਇਹ ਵਿਦਿਆ ਨਹੀਂ ਨਾ ਪੜ੍ਹੀ, ਉਹ ਪਰ ਬੜਾ ਮਗਜ ਮਾਰਦੇ ਆ। ਨੈੱਟ 'ਤੇ ਤੁਸੀਂ ਸੁਣ ਲਓ ਕਵੀ ਸੰਤੋਖ ਸਿੰਘ ਜੀ ਦੇ ਸੰਬੰਧ ਵਿੱਚ ਕਿਵੇਂ ਉਹਨਾਂ ਨੇ ਝਖਾਂ ਮਾਰੀਆਂ। ਉਹਨਾਂ ਦਾ ਜੀਵਨ ਕਿਹੋ ਜਿਹਾ ਸੀ, ਨਿਤਨੇਮ ਕਿਹੋ ਜਿਹਾ ਸੀ, ਕਿੱਡੇ ਉਹ ਵੱਡੇ ਵਿਦਵਾਨ ਸਨ, ਉਹ ਕੋਈ ਨਹੀਂ ਹੈ। ਜਿਹੜਾ ਕੋਈ ਮਗਰੋਂ ਉਹਨਾਂ ਦੇ ਸਰੀਰ ਛੱਡਣ ਤੋਂ ਬਾਅਦ ਵਿੱਚ ਕੁਝ ਲੋਕਾਂ ਨੇ ਗਲਤ ਮਲਤ ਕਰਤਾ, ਉਹਨੂੰ ਪੇਸ਼ ਕਰੀ ਜਾਂਦੇ ਆਹ ਕੀ ਲਿਖਿਆ ਸੰਤੋਖ ਸਿੰਘ, ਆਹ ਨੇ ਕੀ ਲਿਖਿਆ। ਨਾ ਉਹ ਕਵੀ ਸੰਤੋਖ ਸਿੰਘ ਜੀ ਨੇ ਨਹੀਂ ਲਿਖਿਆ, ਉਹ ਤਾਂ ਸਾਡੇ ਵਰਗਿਆਂ ਜਿਹੋ ਜਿਹੇ ਅੱਜ ਕੱਲ੍ਹ ਅਸੀਂ ਆ ਤਰਕਵਾਦੀ ਨਾ ਸਾਖਤ ਨਹੀਂ ਹੈ, ਉਹ ਜਿਹਾਂ ਦੇ ਹੱਥ ਵਿੱਚ ਆ ਗਿਆ। ਉਹਨਾਂ ਨੇ ਫਿਰ ਇਹ ਕੁਛ ਕਰਤਾ। ਉਹਦਾ ਹੁਣ ਗੋਬਿੰਦ ਸਿੰਘ ਗੁਰੂ ਗਤਦਾਇਕ ਆਨ ਕੀ ਆਸ ਨਹੀਂ ਮਰਦਾਈ, ਚਾਤਰ ਚੀਰ ਮਹੂਰ ਮੁਹਵਟ ਸਮਾਨਦਾਰ ਕਵੈ ਇਹ ਪਾਈ, ਜਿਉ ਪਤੰਗ ਸਨੇਹ ਕੀ ਡੋਰ ਬੰਦਾ ਡਗਡੋਰ ਸੁਲਿਓ ਸਿੰਧ ਹੁਤਾਸਨ ਹੈ ਭਗਤੀਗਤ ਮੋਹ ਮਾਇਆ ਕਰ ਲਿਓ ਬਚਾਈ। ਕਿਤਨੀ ਭਾਵਨਾ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹ ਪ੍ਰਕਾਵ ਦੇ ਵਿੱਚ ਬਚਨ ਕਹਿ ਰਹੇ ਨੇ। ਐਸੇ ਜੇ ਪੂਰੇ ਗੁਰਸਿੱਖ ਦੇ ਉੱਪਰ ਇਹੋ ਜਿਹੀਆਂ ਤਰਕਾਂ ਕਰਨ ਵੀ ਆਹ ਕੀ ਉਹਨੇ ਲਿਖਿਆ ਉਹ ਕੀ ਲਿਖਿਆ, ਉਹ ਤਾਂ ਬਈ ਜਿਹੜੇ ਅਸੀਂ ਆ ਕਹਿਣ ਕਹਾਣ ਵਾਲਿਆਂ ਨੇ ਜਿਨ੍ਹਾਂ ਨੇ ਨਹੀਂ ਕਿਸੇ ਪਾਸੋਂ ਵਿਦਿਆ ਪੜ੍ਹੀ, ਉਹਨਾਂ ਨੇ ਕੁਛ ਆਪ ਵਿੱਚ ਪਾ ਪੂ ਦਿੱਤਾ ਹੈ। ਇਸ ਤਰ੍ਹਾਂ ਭਾਈ ਬਾਲੇ ਵਾਲੀ ਜਿਹੜੀ ਜਨਮ ਸਾਖੀ ਭਾਈ ਪੈੜਾ ਮੁੱਖਾਂ ਨੇ ਲਿਖੀ ਸੀ ਉਹ ਤਾਂ ਸਹੀ ਸੀ, ਪਰ ਇਹ ਸਾਖਤਾਂ ਦੇ ਹੱਥ ਵਿੱਚ ਹੀ ਆ ਗਈ। ਉਹਨਾਂ ਨੇ ਅਸਲੀ ਜਨਮ ਸਾਖੀ ਇੱਧਰ ਉੱਧਰ ਕਰਤੀ। ਆਹ ਜਿਹੜੀ ਵਿਗਾੜੀ ਹੋਈ ਸੀ ਸੰਗਤਾਂ ਵਿੱਚ ਉਹਦਾ ਪ੍ਰਚਾਰ ਕਰਦਾ, ਉਹ ਛਪ ਗਈਆਂ, ਉਸੇ ਦੇ ਉਤਾਰੇ ਹੋ ਗਏ। ਜਿਸ ਕਰਕੇ ਉਹ ਭਾਈ ਬਾਲੇ ਵਾਲੀ ਜਨਮ ਸਾਖੀ ਪੜ੍ਹ ਕੇ ਵੀ ਕਈ ਕਹਿੰਦੇ ਆਹ ਕੀ ਲਿਖਿਆ ਆਹ ਕੀ ਲਿਖਿਆ। ਹੋਰ ਜਿਹੜੇ ਕੋਈ ਇਤਿਹਾਸ ਹੈ ਉਹਨਾਂ ਨੂੰ ਵੀ ਪੜ੍ਹ ਕੇ ਐਸਾ ਕੁਝ ਕਹਾਇਆ ਜਾਂਦਾ ਹੈ। ਸੋਰੋ ਵਿਚਾਰ ਵੀ ਇਹ ਕਾਰਨ ਕੀ ਹੈ, ਇਹਦੇ ਵਿੱਚ ਕਿਉਂ ਇਹ ਰਲਾ ਮਿਲਾ ਹੋ ਗਿਆ। ਜੇ ਹੁਣ ਦੁੱਧ ਦੇ ਵਿੱਚ ਭਲਾ ਮੱਖੀ ਡਿੱਗ ਪਵੇ, ਸਿਆਣਾ ਪੁਰਸ਼ ਹੁਣ ਦੁੱਧ ਨੂੰ ਤਾਂ ਨਹੀਂ ਮਾੜਾ ਕਹਿੰਦਾ, ਦੁੱਧ ਵਿੱਚ ਮੱਖੀ ਪੈ ਗਈ ਹੈ, ਮੱਖੀ ਤਾਂ ਮਾੜੀ ਹੈ ਨਾ, ਦੁੱਧ ਤਾਂ ਨਹੀਂ ਮਾੜਾ ਹੈ। ਕਿਉਂ ਗੁਰੂ ਕਾ ਇਤਿਹਾਸ ਤਾਂ ਦੁੱਧ ਵਾਂਗ ਉਜਲ ਹੈ। ਉਹਦੇ ਵਿੱਚ ਜੇ ਕੋਈ ਸਾਖਤ ਪੁਰਸ਼ ਨੇ ਮੱਖੀ ਸਿੱਟਤੀ, ਕੋਈ ਇਹੋ ਜਿਹੇ ਪ੍ਰਸੰਗ ਲਿਖਤੇ, ਇਹ ਸਾਰੇ ਦੁੱਧ ਨੂੰ ਸਾਰੇ ਗੁਰੂ ਇਤਿਹਾਸ ਨੂੰ ਮਾੜਾ ਕਹੀ ਜਾਣਾ। ਜਿਹਨੇ ਗੁਰੂ ਕਾ ਇਤਿਹਾਸ ਲਿਖਿਆ ਉਹਨੂੰ ਵੀ ਮਾੜਾ ਕਿਹਾ। ਇਹ ਕਿੱਥੋਂ ਦੀ ਭਲਾ ਸਿਆਣਪ ਹੈ ਉਸ ਵਿਦਵਾਨ ਦੀ ਜਿਹੜਾ ਐਸਾ ਕੁਝ ਕਹਿੰਦਾ ਕਹਾਂਦਾ ਹੈ। ਸੋਰੋ ਵਿਚਾਰ ਇਹ ਪ੍ਰੇਮ ਸਿੰਘ ਨੇ ਬੇਨਤੀ ਕੀਤੀ ਵੀ ਤੁਸੀਂ ਮਹਾਰਾਜ ਦੀ ਅੰਸ਼ ਵੰਸ਼ ਵਿੱਚੋਂ ਵਿਦਵਾਨ ਵੀ ਹੋ ਅਤੇ ਤੁਸੀਂ ਸੋਧ ਕੇ ਇਤਿਹਾਸ ਲਿਖੋ, ਜਿਹਦਾ ਗੁਰਮਤਿ ਅਨੁਸਾਰ ਫਿਰ ਪ੍ਰਚਾਰ ਹੋਵੇ। ਫਿਰ ਹੁਣ ਸੰਤ ਬਾਬਾ ਅਤਰ ਸਿੰਘ ਜੀ ਤੋਂ ਅਮਰ ਛਕਿਆ ਸੀ। 2-2:30 ਵਜੇ ਉੱਠਦੇ ਸਨ। ਗੁਰੂ ਘਰ ਦੇ ਪ੍ਰੇਮੀ ਨੇਮੀ ਸਦਕੀ ਸਿੱਖ ਸਨ। ਫਿਰ ਇਹਨਾਂ ਨੇ ਮਹਾਰਾਜ ਅੱਗੇ ਅਰਦਾਸ ਕੀਤੀ ਕਿ ਮਹਾਰਾਜ ਜਿਵੇਂ ਇਹ ਗੁਰਭਾਈ ਕਹਿੰਦਾ ਹੈ, ਹੁਣ ਜਿਹੜਾ ਕਾਰਜ ਤਾਂ ਤੁਸੀਂ ਘਰ ਕਰਵਾ ਸਕਦੇ ਹੋ, ਮੇਰੇ ਵੀ ਤਾਂ ਕੋਈ ਐਸੀ ਹੈ ਨਹੀਂ ਇਹ ਤਾਕਤ ਵੀ ਐਡਾ ਵੱਡਾ ਇਤਿਹਾਸ ਮੈਂ ਸ਼ੁੱਧ ਰੂਪ ਵਿੱਚ ਲਿਖਾ ਸਕਾਂ। ਜਿਵੇਂ ਕਵੀ ਸੰਤੋਖ ਸਿੰਘ ਜੀ ਨੂੰ ਵਾਰਤਕ ਰੂਪ ਦੇ ਵਿੱਚ ਸਾਰਾ ਇਤਿਹਾਸ ਮਿਲ ਗਿਆ ਸੀ, ਇਹ ਕਵੀ ਸੰਤਰੇਣ ਨੂੰ ਵੀ ਪ੍ਰੇਮ ਸਿੰਘ ਨੂੰ ਵੀ ਆਪਣੇ ਘਰ ਦੇ ਵਿੱਚੋਂ ਹੀ ਇਹ ਪੁਸਤਕਾਲੇ ਵਿੱਚੋਂ ਆਪਣੀ ਅੰਸ਼ ਵੰਸ਼ ਵਿੱਚੋਂ ਜੋ ਪੈਦਾ ਹੋਏ ਬਾਬਾ ਬਨੋਦ ਸਿੰਘ ਜੀ ਸਨ, ਜੋ ਗੁਰੂ ਕਲਗੀਧਰ ਮਹਾਰਾਜ ਦੇ ਪਾਸ ਰਹੇ ਹੈ, ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਜੰਗਾਂ ਯੁੱਧਾਂ ਵਿੱਚ ਵੀ ਮਹਾਰਾਜ ਦੇ ਨਾਲ ਰਹੇ, ਹਜ਼ੂਰ ਸਾਹਿਬ ਵੀ ਗਏ।
ਫਿਰ ਬਾਬਾ ਬੰਦਾ ਸਿੰਘ ਨੂੰ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ 5 ਸਿੰਘ ਜਿਹੜੇ ਨਾਲ ਭੇਜੇ ਸਨ, ਬਾਬਾ ਬਨੋਦ ਸਿੰਘ, ਬਾਬਾ ਕਾਹਨ ਸਿੰਘ, ਬਾਬਾ ਬਾਜ ਸਿੰਘ, ਰਾਮ ਸਿੰਘ ਆਦਿਕ, ਉਹਨਾਂ ਦੇ ਵਿੱਚੋਂ ਬਾਬਾ ਬਨੋਦ ਸਿੰਘ ਜੀ ਵੀ ਇੱਕ ਸਨ। ਇਹਨਾਂ ਨੇ ਸੰਖੇਪਤ ਰੂਪ ਦੇ ਵਿੱਚ ਗੁਰੂ ਮਹਾਰਾਜ ਦਾ ਇਤਿਹਾਸ ਵਾਰਤਕ ਰੂਪ ਵਿੱਚ ਲਿਖਿਆ ਸੀ। ਇਹ ਸੰਤ ਰਹਿਣ ਕਵੀ ਦੇ ਉਹ ਆਪਣੇ ਘਰ ਦਾ ਜਿਹੜਾ ਬਜ਼ੁਰਗਾਂ ਦਾ ਇਤਿਹਾਸ ਉਹ ਲੱਗ ਗਿਆ, ਮਿਲ ਗਿਆ। ਉਥੋਂ ਸੇਧ ਲੈ ਕੇ ਫਿਰ ਇਹ 10 ਸਾਲ ਥਾਂ ਥਾਂ 'ਤੇ ਕਵੀ ਸੰਤ ਰਹਿਣ ਜੀ ਜਿੱਥੇ ਜਿੱਥੇ ਗੁਰੂ ਮਹਾਰਾਜ ਨੇ ਮੁਬਾਰਕ ਚਰਨ ਗਏ ਉੱਥੇ ਜਾ ਜਾ ਕੇ ਪੁੱਛ ਪੜਤਾਲ ਕਰਕੇ 10 ਸਾਲਾਂ ਤੋਂ ਬਾਅਦ ਫਿਰ ਇਹ ਗੁਰੂ ਕਾ ਇਤਿਹਾਸ ਕਵੀ ਸੰਤ ਰਹਿਣ ਪ੍ਰੇਮ ਸਿੰਘ ਨੇ ਲਿਖਣਾ ਸ਼ੁਰੂ ਕੀਤਾ ਸੀ। ਤੇ ਨਾਨਕ ਸ਼ਾਹੀ 450 ਸੰਮਤ ਸੀ ਜਦੋਂ ਇਹਨਾਂ ਨੇ ਇਹ ਗ੍ਰੰਥ ਫਿਰ ਛਪਵਾ ਦਿੱਤਾ ਸੀ। ਇਸ ਤਰ੍ਹਾਂ ਜਾਣੀ ਇਹ ਗ੍ਰੰਥ ਨੂੰ ਛਪੇ ਹੋਏ ਨੂੰ 102 ਸਾਲ ਹੋ ਗਏ ਨੇ। ਤੇ ਉਂਝੇ 4 ਵਾਰੀ ਆਪਣੇ ਹੁੰਦਿਆਂ ਹੋਇਆ ਕਵੀ ਜੀ ਨੇ ਇਹਦੀ ਛਪਵਾਈ ਕੀਤੀ। ਪਹਿਲਾਂ 450 ਨਾਨਕ ਸ਼ਾਹੀ ਸੰਮਤ, ਫਿਰ 5 ਸਾਲਾਂ ਬਾਅਦ, ਫਿਰ ਉਦੋਂ ਬਾਅਦ 8 ਸਾਲਾਂ ਬਾਅਦ, ਫਿਰ 496 ਨਾਨਕ ਸ਼ਾਹੀ ਸੰਮਤ ਵਿੱਚ ਅਖੀਰ ਵਿੱਚ ਲਿਖਿਆ ਸੀ। ਇਹ ਛਪਵਾਇਆ ਸੀ 4ਥੀ ਵਾਰ। ਯਾਨੀ ਇਸ ਨੂੰ ਹੁਣ ਆ ਜਿਹੜਾ ਆਪਾਂ ਇਤਿਹਾਸ ਸ਼ੁਰੂ ਕਰ ਰਹੇ ਹਾਂ ਨਾ, ਅੱਜ ਜੇ ਹੁਣ ਆਪਾਂ ਦੇਖਾਂਗੇ 56 ਸਾਲ ਪਹਿਲਾਂ ਇਹ 4ਥੀ ਵਾਰ ਛਪਿਆ ਸੀ। ਉਹ ਸ੍ਰੀ ਛਿੜ ਗਏ ਸੰਤ ਰਹਿਣ ਸਿੰਘ ਜੀ, ਤੇ 4ਥੀ ਵਾਰ ਜਿਹੜਾ ਛਪਿਆ ਹੈ ਨਾ ਪੁਸਤਕ ਇਹ ਗੁਰਪੁਰ ਪ੍ਰਕਾਸ਼, ਇਹ ਜਿਲਦਾ ਨਹੀਂ ਬਣਾ ਸਕੇ ਸਨ ਤੇ ਨਾ ਸੰਗਤਾਂ ਵਿੱਚ ਦੇ ਹੀ ਸਕੇ ਸਨ। ਇਹ ਫਿਰ ਸਾਰਾ ਜਿਹੜਾ ਛਪਿਆ ਛਪਾਇਆ ਗ੍ਰੰਥ ਇਹਨਾਂ ਦੇ ਘਰੇ ਹੀ ਰਹਿ ਗਿਆ ਸੀ। ਉਹ ਪਟਿਆਲੇ ਵਿੱਚ ਗੁਰੂ ਅੰਗਦ ਸਾਹਿਬ ਦਰਬਾਰ ਹੈ, ਗੁਰਦੁਆਰਾ ਸਰਹੱਦੀ ਗੇਟ, ਇੱਥੇ ਇਹਨਾਂ ਦਾ ਨਿਵਾਸ ਸੀ। ਇੱਥੇ ਹੀ ਉਹ ਕੁਹਾੜ ਜ਼ਿਲ੍ਹੇ ਵਿੱਚੋਂ ਜਿਹੜਾ ਨਰਿਆਬ ਪਿੰਡ ਹੈ, ਜਦੋਂ ਪਾਕਿਸਤਾਨ ਬਣਿਆ ਤਬਦੀਲੀ ਹੋਈ ਉਦੋਂ ਇਹ ਇੱਥੇ ਪਟਿਆਲੇ ਆ ਗਏ ਸਨ। ਫਿਰ ਇੱਥੇ ਇਹਨਾਂ ਨੇ ਰਿਹਾਇਸ਼ ਕਰ ਲਈ ਸੀ। ਜੇ ਹੁਣ ਤੁਸੀਂ ਕਹੋ ਤੁਹਾਨੂੰ ਕਿਵੇਂ ਪਤਾ ਚੱਲ ਗਿਆ ਵੀ ਉਹਨਾਂ ਦੇ ਘਰੇ ਇਤਿਹਾਸ ਪਿਆ ਰਿਹਾ, ਅੰਸ਼ ਪਿਆ ਰਿਹਾ, ਇਹਦੀਆਂ ਜਿਲਦਾਂ ਕਿਉਂ ਨਹੀਂ ਬਣੀਆਂ? ਇਹ ਬਾਬਾ ਦਇਆ ਸਿੰਘ ਜੀ ਨਿਹੰਗ ਸਿੰਘ, ਜੋ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਦੇ ਪਾਸੋਂ ਜਿਨ੍ਹਾਂ ਨੇ ਵਿਦਿਆ ਪ੍ਰਾਪਤ ਕੀਤੀ ਸੀ, ਉਹ ਪਟਿਆਲੇ ਕਾਫੀ ਸਮਾਂ ਰਹੇ, ਜਿੱਥੇ ਉਹ ਨਿਹੰਗਾ ਸਿੰਘਾਂ ਦਾ ਅਸਥਾਨ ਹੈ, ਬਗੀਚੀ ਸਾਹਿਬ ਗੁਰਦੁਆਰਾ, ਉੱਥੇ ਉਹ ਕਾਫੀ ਸਮਾਂ ਰਹੇ ਆ। ਫਿਰ ਇਹਨਾਂ ਦੇ ਨਾਲ ਉਹਨਾਂ ਦਾ ਜੋੜ ਮੇਲ ਹੋ ਗਿਆ। ਇਹਨਾਂ ਕੋਲ ਉਹਨਾਂ ਨੇ ਗੱਲ ਕੀਤੀ ਵੀ ਆ ਸਾਡੇ ਬਜ਼ੁਰਗ ਤਾਂ ਚੜ੍ਹਾਈ ਕਰ ਗਏ ਹੈ, ਆਹ ਪੁਸਤਕ ਛਪਾਇਆ ਪਿਆ ਤੇ ਇਹਦੀਆਂ ਜਿਲਦਾਂ ਨਹੀਂ ਬਣੀਆਂ। ਤੁਸੀਂ ਬਾਬਾ ਜੀ ਇੱਧਰ ਉੱਧਰ ਵਿਚਰਦੇ ਰਹਿੰਦੇ ਹੋ ਤੇ ਗਿਆਨੀਆਂ ਧਿਆਨੀਆਂ ਨੂੰ ਮਿਲਦੇ ਜਾਂਦੇ ਰਹਿੰਦੇ ਆ, ਤੁਸੀਂ ਇਹ ਪੁਸਤਕ ਅੱਗੇ ਤੋਂ ਅੱਗੇ ਮਹਾਰਾਜ ਸੰਗਤਾਂ ਵਿੱਚ ਦਵਾ ਦਿਓ, ਗਿਆਨੀਆਂ ਨੂੰ ਦਵਾ ਦਿਓ। ਉਹ ਕੁਦਰਤੀ ਤੌਰ 'ਤੇ ਇਹ ਬਾਬਾ ਜੀ ਜਦੋਂ ਮੈਂ ਮੂਲੋਵਾਲ ਕਥਾ ਕਰ ਰਿਹਾ ਸੀ, ਉੱਥੇ ਇਹ ਪਰਲਾਈ ਸਾਹਿਬ ਤੋਂ ਆ ਗਏ ਸੀ ਮੇਰੇ ਕੋਲ। ਇਹ ਕਹਿੰਦੇ ਵੀ 10 ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਕੋਈ ਪਦਾਰਥ ਹੈ, ਉਹਨਾਂ ਵਿੱਚ ਜਿਹੜੀ ਕੋਈ ਲਗ ਮਾਤਰਾ ਜਾਂ ਪਾਠ ਹੈ, ਵੀ ਮੈਂ ਭਾਵੇਂ ਪੜ੍ਹਿਆ ਹੈ ਚੰਗੀ ਤਰ੍ਹਾਂ, ਪਰ ਫਿਰ ਵੀ ਮੇਰੀਆਂ ਕੋਈ ਸ਼ੰਕਾਵਾਂ ਹੈ।
ਵੀ ਆਪਾਂ ਰਲ ਮਿਲ ਕੇ ਉਹਦਾ ਪਾਠ ਕਰ ਲਾਂਗੇ, ਸੋਰ ਸੁਧਾਈ ਕਰ ਲਗੇ, ਮੈਨੂੰ ਵੀ ਫਾਇਦਾ ਹੋਈ, ਤੁਹਾਨੂੰ ਵੀ ਫਾਇਦਾ ਹੋਈ। ਇਸ ਤਰ੍ਹਾਂ ਦਾ ਇਹ ਸੰਬੰਧ ਜਾ ਕਰਕੇ ਫਿਰ ਮੇਰੇ ਕੋਲ ਰਹਿ ਗਏ ਸਨ। ਫਿਰ ਉਹ ਉੱਥੇ ਤਾਂ ਇਹ 10 ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਨਾ ਹੋ ਸਕੀ, ਕਿਉਂਕਿ ਜਿਨ੍ਹਾਂ ਕੋਲ ਅਸੀਂ ਮਹਾਂਪੁਰਸ਼ਾਂ ਕੋਲ ਰਹਿੰਦੇ ਸੀ ਉਹ ਚੰਚੇ ਚੜਾਈ ਕਰਕੇ। ਫਿਰ ਮੇਰਾ ਵੀ ਉੱਥੋਂ ਅੰਜਲ ਮੁੱਕ ਗਿਆ, ਮੂਲੋਵਾਰ ਦੇ ਬਾਬਾ ਨਵੀਂ ਜੀ ਨੂੰ ਜਾਣਾ ਪੈ ਗਿਆ। ਉਹਨਾਂ ਨੇ ਮੇਰੇ ਕੋਲ ਗੱਲ ਕੀਤੀ ਸੀ ਵੀ ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹੰਸ ਵੰਸ ਵਿੱਚੋਂ ਸੰਤ ਰੇਣ ਪ੍ਰੇਮ ਸਿੰਘ ਜੀ ਬੜੇ ਵਿਦਵਾਨ ਹੋਏ ਹੈ, ਉਹਨਾਂ ਦੇ ਘਰੇ ਪੁਸਤਕ ਇਹ ਇਤਿਹਾਸ ਦੀ ਛਪੀ ਪਈ ਹੈ, ਜਿਲਦਾਂ ਬੰਨੀਆਂ ਪਈਆਂ ਬੰਨਣ ਵਾਲੀਆਂ, ਇਤਿਹਾਸ ਵਧੀਆ ਲਿਖਿਆ ਹੋਇਆ। ਅਤੇ ਆਪਾਂ ਇੱਥੇ ਪ੍ਰਾਰੰਭ ਕਰੀਏ। ਫਿਰ 10 ਅਸੀਂ ਉਹ ਜਾਣੀ ਪੁਸਤਕਾਂ ਲੈ ਆਉਂਦੀਆਂ ਸੀ। ਉਹ 10 ਫਿਰ ਵਿਦਿਆਰਥੀ ਸੀ, 10 ਨੇ ਫਿਰ ਉੱਥੇ ਸ਼ੁਰੂ ਕਰ ਦਿੱਤਾ ਸੀ। ਉਹ ਵਿੱਚ ਵਿਚਾਲੇ ਮਹਾਂਪੁਰਸ਼ਾਂ ਦੇ ਚੜ੍ਹਾਈ ਕਰਨ ਕਰਕੇ ਅਤੇ ਫਿਰ ਉਹ ਵਿੱਚੇ ਰਹਿ ਗਿਆ। ਫਿਰ ਇੱਧਰ ਉੱਧਰ ਵਿਚਰਦਿਆਂ ਪੂਰਾ ਕੀਤਾ। ਇਸ ਤਰ੍ਹਾਂ ਜਾਣੀ ਵੀ ਉਹਨਾਂ ਨੇ ਇਹ ਬਾਬਾ ਦਇਆ ਸਿੰਘ ਜੀ ਨੇ ਇਹ ਗ੍ਰੰਥ ਦੀ ਮੈਨੂੰ ਦੱਸ ਪਾਈ ਸੀ, ਅਤੇ ਉਹਨਾਂ ਨੇ ਉਹ ਸਿੰਘ ਭੇਜ ਕੇ ਫਿਰ 10 ਸੈੱਟ ਮੰਗਾ ਕੇ ਦਿੱਤੇ ਸੀ, ਜਿਲਦਾਂ ਬਣਾ ਕੇ ਫਿਰ ਇਹ ਗ੍ਰੰਥ ਸ਼ੁਰੂ ਕੀਤਾ ਸੀ। ਇਸ ਤਰ੍ਹਾਂ ਇਹ 2-3 ਵਾਰੀ ਦਾਸ ਨੇ ਫਿਰ ਵਿਦਿਆਰਥੀਆਂ ਨੂੰ ਪੜ੍ਹਾਇਆ ਵੀ ਹੈ। ਫਿਰ ਇੱਥੇ ਵਿਚਾਰ ਹੋਈ ਵੀ ਚਲੋ ਇਹ ਸੋਹਣਾ ਇਤਿਹਾਸ ਹੈ, ਇਹਨੂੰ ਰਿਕਾਰਡ ਕਿਉਂ ਨਾ ਕਰ ਲਿਆ ਜਾਏ, ਅਤੇ ਹੋਰ ਸੰਗਤਾਂ ਨੂੰ ਲਾਭ ਹੋ ਜਾਊ, ਹੋਰ ਵਿਦਿਆਰਥੀਆਂ ਨੂੰ ਲਾਭ ਹੋ ਜਾਊ, ਜਿਸ ਕਰਕੇ ਇੱਥੇ ਗੁਰਦੁਆਰਾ ਉੱਚਾ ਡੇਰਾ ਵਿਖੇ ਇਹ ਇਤਿਹਾਸ ਮੁੜ ਤੋਂ ਤੀਸਰੀ ਵਾਰ ਪ੍ਰਾਰੰਭ ਕੀਤਾ ਗਿਆ ਸੀ, ਅਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਪੂਰਾ ਹੋ ਗਿਆ। ਅਤੇ ਹੁਣ ਇਹ ਵਿਚਾਰ ਬਣਿਆ ਵੀ ਹੋਰ ਵੱਧ ਲਾਭ ਹੋ ਜਾਏ, ਵੀ ਇਹਨੂੰ ਨੈੱਟ 'ਤੇ ਚੜ੍ਹਾ ਦਿੱਤਾ ਜਾਏ, ਤਾਂ ਕਿ ਜਿਹੜੇ ਦੂਰ ਦੁਰਾਡੇ ਬੈਠੇ ਵਿਦਵਾਨ ਹੈ, ਜਿਨ੍ਹਾਂ ਨੂੰ ਇਹ ਪੁਸਤਕ ਨਹੀਂ ਹਾਸਲ ਹੋ ਸਕਦੀ, ਉਹਨਾਂ ਨੂੰ ਚਲੋ ਇਹ ਘਰੇ ਬੈਠਿਆਂ ਬਿਠਾਇਆ ਪੁਸਤਕ ਪੜ੍ਹਨ ਪੜ੍ਹਾਉਣ ਨੂੰ, ਇਹ ਕਥਾ ਸੁਣਾਉਣ ਨੂੰ ਮਿਲ ਜਾਏਗੀ, ਲਾਭ ਹੋ ਜਾਏਗਾ। ਉਹਨੂੰ ਸਾਹਮਣੇ ਰੱਖ ਕੇ ਇਤਿਹਾਸ ਪ੍ਰਾਰੰਭ ਕੀਤਾ ਸੀ। ਸੋ ਇਹ ਪਹਿਲਾਂ ਬਾਬਾ ਬਨੋਦ ਸਿੰਘ ਜੀ ਨੇ ਲਿਖਿਆ ਸੀ ਸੰਖੇਪ ਰੂਪ ਵਿੱਚ, ਫਿਰ ਵਿਸਥਾਰ ਰੂਪ ਵਿੱਚ ਸੰਤ ਰੇਣ ਪ੍ਰੇਮ ਸਿੰਘ ਜੀ ਨੇ, ਬਾਬਾ ਪ੍ਰੇਮ ਸਿੰਘ ਜੀ ਦੇ ਕਹਿਣ ਅਨੁਸਾਰ ਇਹ ਲਿਖਿਆ ਸੀ ਅਤੇ ਛਪਵਾਇਆ ਵੀ 4 ਵਾਰੀ। ਸੋ ਆਪਾਂ ਇਹ ਜਿਹੜਾ ਚੌਥੀ ਵਾਰ ਛਪਿਆ ਸੀ, ਉਹਦਾ ਫਿਰ ਸਕੈਨਰ ਕਰਕੇ ਇਹ ਪੁਸਤਕ ਸ਼ੁਰੂ ਕੀਤਾ ਸੀ। ਉਹ ਕੱਲ੍ਹ ਆਪਾਂ ਜਿਵੇਂ ਕਵੀ ਸੰਤ ਰੇਣ ਜੀ ਨੇ ਆਪਣੀ ਅੰਸ਼ ਵੰਸ਼ ਦਾ ਹਾਲ ਦੱਸਿਆ, ਗ੍ਰੰਥ ਰਚਨ ਦਾ ਕਾਰਨ ਦੱਸਿਆ, ਉਹ ਆਪਾਂ ਸਾਰਾ ਪ੍ਰਸੰਗ ਪੜ੍ਹ ਲਿਆ ਸੀ, ਸੁਣ ਲਿਆ ਸੀ। ਅਖੀਰ 'ਤੇ ਵੀ ਜਿਵੇਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਮੰਗਲ ਕੀਤਾ, ਜੋ ਸਤਿਗੁਰਾਂ ਨੇ ਆਪਣੀ ਬਾਣੀ ਵਿੱਚ ਮੰਗਲ ਕੀਤੇ, ਉਹਨਾਂ ਵਿੱਚੋਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਇਹ ਮੰਗਲ ਕੀਤਾ, ਉਹ ਆਪਾਂ ਵਿਚਾਰ ਲਏ ਸਨ। ਅਥ ਸ੍ਰੀ ਗੁਰਪ੍ਰਕਾਸ਼ ਗ੍ਰੰਥ ਪ੍ਰਥਮ ਮਹੱਲੇ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਕੀ ਕਥਾ ਪ੍ਰਾਰੰਭ ਤੇ ਪਹਿਲੇ ਮਹੱਲੇ ਦੀ, ਪਹਿਲੇ ਸਰੂਪ ਦੀ ਜਾਂ ਪਹਿਲੇ ਮਹੱਲ ਦੀ, ਜਿਵੇਂ ਸ਼ਹਿਰ ਦੇ ਵਿੱਚ ਮਹੱਲੇ ਹੁੰਦੇ ਆ ਨਾ, ਇਸ ਤਰ੍ਹਾਂ ਇਹ ਜਿਹੜਾ ਗੁਰੂ ਮਹਾਰਾਜ ਦਾ 10 ਦਾ ਇਤਿਹਾਸ ਹੈ, ਇਹ 10 ਮਹੱਲੇ ਹੈ। ਅਤੇ ਗੁਰੂ ਦਾ ਸਾਰਾ ਜਿਹੜਾ ਇਤਿਹਾਸ ਹੈ ਇਹ ਗ੍ਰੰਥ ਵਿੱਚ, ਇਹ ਸਮਝ ਲਓ ਜਿਹੜਾ ਗ੍ਰੰਥ ਹੈ ਇਹ 4 ਪੁਸਤਕਾਂ ਵਿੱਚ, ਇਹ ਇੱਕ ਸ਼ਹਿਰ ਹੈ ਵੱਡਾ ਸਾਰਾ।
ਜਿਹੜੇ ਦੇ ਵਿੱਚ ਪ੍ਰਸੰਗ ਹੈ ਉਹ ਸਮਝ ਲਓ ਵੀ ਜਿਵੇਂ ਮੁਹੱਲਿਆਂ ਵਿੱਚ ਅੱਗੇ ਮਕਾਨ ਹੁੰਦੇ ਆ, ਮੰਦਰ ਹੁੰਦੇ, ਘਰ ਹੁੰਦੇ ਹਨ। ਸੋ ਇਸ ਤਰ੍ਹਾਂ ਇਹ ਕਵੀ ਜੀ ਨੇ ਇਹਦਾ ਨਾਮ ਗੁਰਪੁਰ ਪ੍ਰਕਾਸ਼ ਰੱਖਿਆ। ਗੁਰੂ ਮਹਾਰਾਜ ਦਾ ਸ਼ਹਿਰ, ਉਹਦਾ ਪ੍ਰਕਾਸ਼ ਕਰਨ ਵਾਲਾ ਜਿਹੜਾ ਇਹ ਗ੍ਰੰਥ ਹੈ। ਸਭ ਤੋਂ ਪਹਿਲਾ ਜਿਹੜਾ ਮਹੱਲਾ ਹੈ, ਪਹਿਲਾ ਸਰੂਪ ਹੈ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਹੈ। ਵੀ ਉਹਦੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਥਾ ਪ੍ਰਾਰੰਭ ਹੋਈ। ਮੰਗਲ ਕੀਤਾ ਸ੍ਰੀ ਸਤਨਾਮ ਵਾਹਿਗੁਰੂ ਪੁਰਖ ਦੇ ਆਕਾਰ ਦੇ ਆਰ, ਜਾਹੇ ਜਪੈ ਬਿਗਨ ਔਰ ਹੋਰ ਸਹਿਲ ਹੀ ਪਾਰ। ਵੀ ਸੋਭਾ ਵਾਲੇ ਸਤਨਾਮ ਜਿਹੜਾ ਵਾਹਿਗੁਰੂ ਹੈ, ਜੋ ਆਕਾਰਾਂ ਤੋਂ ਰਹਿਤ ਅਕਾਲ ਪੁਰਖ ਦਿਆਲੂ ਕਿਰਪਾਲੂ ਹੈ, ਜਿਹਦੇ ਨਾਮ ਜਪਿਆ ਬਿਗਨਾ ਰੂਪੀ ਸਮੁੰਦਰ ਤੋਂ ਸਹਿਜੇ ਪਾਰ ਹੋਈ ਸਹੀਦਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦਾ ਮੈਂ ਮੰਗਲ ਕਰਦਾ ਹਾਂ, ਬੇਨਤੀ ਕਰਦਾ ਕਿ ਮਹਾਰਾਜ ਬਿਗਨਾ ਰੂਪੀ ਸਮੁੰਦਰ ਤੋਂ ਮੈਨੂੰ ਪਾਰ ਕਰਨਾ, ਪਾਰ ਲਗਾਉਣਾ। ਇਹ ਮੰਗ ਕਰਕੇ ਅੱਗੇ ਦਸਾਂ ਸਤਿਗੁਰਾਂ ਦੀ ਮਹਿਮਾ ਦਾ ਮੰਗਲ ਕਵੀ ਜੀ ਕਰ ਰਹੇ ਹਨ। ਸ੍ਰੀ ਸਤਿਗੁਰੂ ਨਾਨਕ ਪ੍ਰਭੂ ਸੰਤ ਜੀ ਕਹਿੰਦੇ, ਜੇ ਸੋਭਾ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ, ਜਿੰਨੇ ਦੁਨੀਆ ਭਰ ਦੇ ਗੁਰਸਿੱਖ ਸੇਵਕ ਹਨ, ਸਾਰਿਆਂ ਦੇ ਜੋ ਪ੍ਰਭੂ ਹਨ, ਮਾਲਕ ਹਨ। ਪਦ ਜਲਜ ਕੋ ਪ੍ਰਣਾਮ ਹੋ। ਮੈਂ ਕਵੀ ਸੰਤ ਰੇਣ ਪ੍ਰੇਮ ਸਿੰਘ ਉਹਨਾਂ ਦੇ ਚਰਣਾ ਕਮਲਾਂ ਨੂੰ ਨਮਸਕਾਰ ਕਰਦਾ ਹਾਂ। ਅੰਗਦ ਗੁਰੂ ਸ੍ਰੀ ਅੰਗ ਸੰਗ ਹੈ। ਉਹਨਾਂ ਤੋਂ ਬਾਅਦ ਉਹਨਾਂ ਦੇ ਗੁਰਤਾ ਗੱਦੀ ਦੇ ਮੁਪਰ ਬਿਰਾਜਣ ਵਾਲੇ ਜੋ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਹਨ, ਜੋ ਆਪਣੇ ਗੁਰਸਿੱਖਾਂ ਦੇ ਹਮੇਸ਼ਾ ਅੰਗ ਸੰਗ ਰਹਿਣ ਵਾਲੇ ਹੈ, ਨਾਲ ਹੀ ਰਹਿਣ ਵਾਲੇ ਹਨ। ਮੇਰੇ ਵੀ ਅੰਗ ਸੰਗ ਹੋਣ। ਪਦ ਹੈ ਬੰਦਤ ਤਾਮ ਹੋ। ਐਸੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨਾਂ ਨੂੰ ਮੈਂ ਬੰਦਤ ਕੀਏ ਨਮਸਕਾਰ ਕਰਦਾ, ਮੱਥਾ ਟੇਕਦਾ ਹਾਂ। ਅਮਰ ਗੁਰ ਸ੍ਰੀ ਅਮਰ ਕਰ ਹੈ। ਜੋ ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ, ਉਹ ਤਾਂ ਕੈਸੇ ਹਨ? ਉਹ ਤਾਂ ਆਪਣੇ ਸਿੱਖਾਂ ਨੂੰ ਅਮਰ ਹੀ ਕਰ ਦੇਣ ਵਾਲੇ, ਮੌਤ ਤੋਂ ਰਹਿਤ ਹੀ ਕਰ ਦੇਣ ਵਾਲੇ ਹਨ। ਨਾਮ ਲੈ ਤਰ ਜਾਮ ਹੋ। ਜਿਨ੍ਹਾਂ ਦਾ ਨਾਮ ਲੈ ਕੇ ਸੰਸਾਰ ਸਮੁੰਦਰ ਤੋਂ ਤਰ ਜਾਈਦਾ, ਮੈਂ ਵੀ ਉਹਨਾਂ ਦਾ ਨਾਮ ਲੈ ਕੇ, ਇਹ ਜਿਹੜਾ ਬਿਗਨਾ ਰੂਪੀ ਸਮੁੰਦਰ ਬੜਾ ਮਹਾਨ ਹੈ, ਇਹ ਤਾਂ ਮੈਂ ਪਾਰ ਲੱਗ ਜਾਵਾਂਗਾ। ਬਿਗਨਾ ਤੋਂ ਰਹਿਤ ਮੈਂ ਨਿਰਵਿਘਨ ਗ੍ਰੰਥ ਸਮਾਪਤ ਕਰ ਸਕਾਂਗਾ। ਗੁਰੂ ਰਾਮਦਾਸ ਜੋ ਦਾਸ ਰੱਖਿਅਕ। ਫਿਰ ਜਿਹੜੇ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਮਹਾਰਾਜ, ਉਹ ਤਾਂ ਆਪਣੇ ਗੁਰਸਿੱਖ ਸੇਵਕ ਦਾਸਾਂ ਦੇ ਰੱਖਿਆ ਕਰਨ ਵਾਲੇ ਹੀ ਹਨ। ਚਰਨ ਤਾਂ ਕੀ ਸਾਮ ਹੋ। ਮੈਂ ਕਵੀ ਸੰਤ ਰੇਣ ਪ੍ਰੇਮ ਸਿੰਘ ਐਸੇ ਗੁਰੂ ਰਾਮਦਾਸ ਮਹਾਰਾਜ ਦੀ ਚਰਨ ਸ਼ਰਨ ਹਾਂ। ਅਰਜਨ ਗੁਰੂ ਜੀ ਅਰਜ ਪ੍ਰਿਤ ਕੀ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ, ਜੋ ਮੇਰੇ ਦਾਸਾਂ ਦੀ ਜਾਂ ਜਿੰਨੇ ਗੁਰੂ ਕੇ ਦਾਸ, ਉਹਨਾਂ ਦੀਆਂ ਬੇਨਤੀਆਂ ਸੁਣਨ ਵਾਲੇ ਹਨ। ਰਸਨ ਬਾਸਾ ਕੀਜੀਏ। ਮੈਂ ਗੁਰੂ ਅਰਜਨ ਦੇਵ ਮਹਾਰਾਜ ਦੇ ਅੱਗੇ ਦਾਸ ਬਣ ਕੇ ਬੇਨਤੀ ਕਰਦਾ ਕਿ ਮਹਾਰਾਜ ਮੇਰੀ ਰਸਨਾ ਉੱਪਰ ਨਿਵਾਸ ਕਰੀਏ ਆਪ ਜੀ। ਸ੍ਰੀ ਹਰਿ ਗੋਬਿੰਦ ਜੀ ਹਰੋ ਬਿਗਨਨ। ਮੇਰੇ ਛੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸੋਭਾ ਵਾਲੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਬੇਨਤੀ ਕਰਦਾ ਕਿ ਮਹਾਰਾਜ ਜਿਹੜੇ ਗ੍ਰੰਥ ਵਿੱਚ ਤਰ੍ਹਾਂ ਤਰ੍ਹਾਂ ਦੇ ਬਿਗਨ ਪੈਣ ਵਾਲੇ ਹੈ, ਉਹ ਤੁਸੀਂ ਮਹਾਰਾਜ ਮੇਰੇ ਬਿਗਨ ਨਾਸ਼ ਕਰ ਦਿਓ। ਗ੍ਰੰਥ ਪੂਰ ਕਰੀਜੀਏ। ਮਹਾਰਾਜ ਕਿਰਪਾ ਕਰਕੇ ਮੇਰਾ ਜਿਹੜਾ ਗ੍ਰੰਥ ਹੈ ਨਿਰਵਿਘਨ ਸੰਪੂਰਨ ਕਰ ਦਈਏ। ਹਰ ਰਾਏ ਗੁਰ ਹਰ ਮਤੀ ਦੁਰ। ਸਤਵੇਂ ਪਾਤਸ਼ਾਹ ਸਤਿਗੁਰੂ ਹਰਿ ਰਾਏ ਸਾਹਿਬ ਮਹਾਰਾਜ ਤਾਂ ਐਸੇ ਹਨ, ਜੋ ਹਰ ਰਾਏ ਗੁਰ ਹਰ ਮਤੀ ਦੁਰ ਕੋ। ਦੁਰਨੋਂ ਭੈੜੀ ਖੋਟੀ ਮਤ ਨਾ ਮਤੀ ਦਾ ਬੁੱਧ ਦਾ, ਖੋਟੀ ਮਤ ਨੂੰ
ਸਤਿਗੁਰੂ ਹਰਾਏ ਸਹਿ ਮਾਰਾ ਤਾਂ ਖੋਟੀ ਮਤ ਨੂੰ ਨਾਸ ਕਰਨ ਵਾਲੇ ਹਨ। ਤੇ ਮੈਂ ਵੀ ਬੇਨਤੀ ਕਰਦਾ ਕਵੀ ਕਿ ਹੇ ਗੁਰੂ ਹਰਾਏ ਸਾਹਿਬ, ਤੁਸੀਂ ਮੇਰੇ ਅੰਦਰੋਂ ਵੀ ਖੋਟੀ ਮਤ ਨੂੰ ਦੂਰ ਕਰ ਦਈਏ। ਸ਼ੁਭ ਮਨੀਖਾ ਦੀਜੀਏ। ਖੋਟੀ ਮਤ ਦੂਰ ਕਰਕੇ ਦੇ ਥਾਂ ਮਹਾਰਾਜ ਸੁੱਧ ਜਿਹੜੀ ਬੁੱਧੀ ਹੈ, ਸੁੱਧ ਜਿਹੜੀ ਅਕਲ ਹੈ, ਚੰਗੀ ਅਕਲ ਹੈ ਮਹਾਰਾਜ, ਜਿਹਦੇ ਨਾਲ ਮੈਂ ਸ਼ੁੱਧ ਪੁਸਤਕ ਲਿਖ ਸਕਾਂ, ਸੋਹਣੀ ਰਚਨਾ ਰਚ ਸਕਾਂ, ਉਹ ਸੋਹਣੀ ਅਕਲ ਬੁੱਧ ਮੈਨੂੰ ਬਖਸ਼ ਦਈਏ। ਹਰਿ ਕ੍ਰਿਸ਼ਨ ਗੁਰ ਤ੍ਰਿਸ਼ਨਾ ਹੈ ਜਨ ਕੀ। ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕੈਸੇ ਹੈ? ਉਹ ਤਾਂ ਕਹਿੰਦੇ ਆਪਣੇ ਦਾਸਾਂ ਦੇ ਅੰਦਰ ਜਿਹੜੀ ਤਰ੍ਹਾਂ ਤਰ੍ਹਾਂ ਦੀ ਤ੍ਰਿਸ਼ਨਾ ਹੈ ਨਾ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋੜ ਜੋਰੇ ਲਾਖ ਕਰੋਰੇ ਮਨਾ ਹੋਰੇ ਪਰਾ ਪਰਾ ਕੇ ਲੁਝੀ ਹੈ। ਇਹ ਨਾਸ਼ ਨਹੀਂ ਨਾ ਹੁੰਦੀ ਹੈ। ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਐਸੇ ਮਹਾਨ ਹੈ, ਆਪਣੇ ਸਿੱਖ ਸੇਵਕਾਂ ਦਾਸਾਂ ਦੀ ਤ੍ਰਿਸ਼ਨਾ ਨੂੰ ਨਾਸ਼ ਕਰਨ ਵਾਲੇ ਹਨ। ਜਸ ਹੈ ਰਾਵਰ ਕੀਜੀਏ। ਜਿਸ ਕਰਕੇ ਮਹਾਰਾਜ ਜਸ ਹੈ ਰਾਵਰ ਕੀਜੀਏ, ਜਿਸ ਕਰਕੇ ਆਪ ਜੀ ਦਾ ਮਹਾਰਾਜ ਮੈਂ ਜਸ ਕਰਾਂ, ਜਾਂ ਆਪ ਜੀ ਮਹਾਰਾਜ ਕਿਰਪਾ ਕਰ ਮੇਰੀ ਦਾਸ ਦੀ ਤ੍ਰਿਸ਼ਨਾ ਨੂੰ ਨਾਸ਼ ਕਰ ਦਈਏ ਜੀ। ਸ੍ਰੀ ਗੁਰ ਬਹਾਦਰ ਤੇਗ ਕੇ ਸਮ। ਨੌਵੇਂ ਪਾਤਸ਼ਾਹ ਸੋਭਾ ਵਾਲੇ ਸਤਿਗੁਰੂ ਤੇਗ ਬਹਾਦਰ ਤਾਂ ਕਹਿੰਦੇ ਤੇਗ ਦੇ ਤਲਵਾਰ ਦੇ ਬਰਾਬਰ ਹਨ। ਤੇਗ ਕੇ ਬਾਨੀ ਕਰੋ। ਮੈਂ ਮਹਾਰਾਜ ਅੱਗੇ ਬੇਨਤੀ ਕਰਦਾ ਕਿ ਮਹਾਰਾਜ ਜਿਵੇਂ ਤੁਹਾਡਾ ਨਾਮ ਤੇਗ ਦੇ ਸਮਾਨ, ਤਲਵਾਰ ਦੇ ਸਮਾਨ, ਜਿਵੇਂ ਤੇਗ ਵਿੱਚ ਬੜੀ ਤਾਕਤ ਹੁੰਦੀ ਹੈ, ਦੁਸ਼ਟਾਂ ਦਾ ਨਾਸ਼ ਕਰ ਦਿੰਦੀ ਹੈ, ਤੇ ਇਸੇ ਤਰ੍ਹਾਂ ਜਿਹੜੇ ਕੋਈ ਗਰੀਬਾਂ ਦੀ ਰੱਖਿਆ ਕਰਦੀ ਹੈ। ਤੁਸੀਂ ਮਹਾਰਾਜ ਕਿਰਪਾ ਕਰੋ, ਮੇਰੀ ਜਿਹੜੀ ਬਾਣੀ ਹੈ ਜਵਾਨ ਹੈ, ਇਹਨੂੰ ਮਹਾਰਾਜ ਤੇਗ ਦੇ ਤਲਵਾਰ ਦੇ ਵਾਂਗ ਕਰ ਦਿਓ। ਜਿਵੇਂ ਤਲਵਾਰ ਦੁਸ਼ਟਾਂ ਨੂੰ ਨਾਸ਼ ਕਰਦੀ ਨਾ, ਇਹ ਮਹਾਰਾਜ ਮੇਰੀ ਤਲਵਾਰ, ਮੇਰੀ ਜ਼ੁਬਾਨ ਨੂੰ ਤੁਸੀਂ ਤੇਜ਼ ਕਰ ਦਿਓ ਤਲਵਾਰ ਵਾਂਗ, ਤੇ ਮੈਂ ਫਟਾਫਟ ਮਹਾਰਾਜ ਤਲਵਾਰ ਵਾਂਗੂ ਇਹ ਬਾਣੀ ਨੂੰ, ਕਵਿਤਾ ਨੂੰ ਰਚ ਸਕਾਂ। ਇਹ ਮੇਰੀ ਜ਼ੁਬਾਨ ਤਲਵਾਰ ਵਾਂਗੂ ਚੱਲੇ। ਦਸ਼ਮੇਸ਼ ਸ੍ਰੀ ਗੋਬਿੰਦ ਸਿੰਘ ਗੁਰ। ਜੋ ਦਸਵੇਂ ਪਾਤਸ਼ਾਹ ਸੋਭਾ ਵਾਲੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਹਨ। ਸੀਸ ਮਮ ਪਾਰ ਕਰ ਧਰੋ। ਮੈਂ ਕਵੀ ਸੰਤ ਰੇਣ ਮਹਾਰਾਜ ਆਪ ਜੀ ਅੱਗੇ ਬੇਨਤੀ ਕਰਦਾ ਹਾਂ, ਤੁਸੀਂ ਮਹਾਰਾਜ ਮੇਰੇ ਸੀਸ ਦੇ ਉੱਪਰ ਮਿਹਰ ਭਰਿਆ ਹੱਥ ਰੱਖ ਦੇਵੋ। ਗੁਰ ਦਸੋਂ ਕੇਰ ਸਰੂਪ ਸ੍ਰੀ ਗੁਰ। ਫਿਰ ਦਸਾਂ ਪਾਤਸ਼ਾਹਾਂ ਦੇ ਜੇ ਸਰੂਪ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਗ੍ਰੰਥ ਸਾਹਿਬ ਗੁਰ ਵਾਰੋਂ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਸਾਂ ਪਾਤਸ਼ਾਹੀਆਂ ਦਾ ਸਰੂਪ ਬੜੇ ਬਰੋਪੀਏ ਸ੍ਰੇਸ਼ਟ ਹਨ, ਮਹਾਨ ਹਨ। ਉਹਨਾਂ ਨੂੰ ਵੀ ਅਬ ਬੰਦ ਹੋ ਸੰਤ ਰੇਣ ਕੀ। ਮੈਂ ਨਮਸਕਾਰ ਕਰਦਾ ਹਾਂ। ਇਹ ਜਿਹੜਾ ਸੰਤ ਰੇਣ ਕਵੀ ਪ੍ਰੇਮ ਸਿੰਘ ਐਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੀ ਅਬ ਕੀ ਹਿਰਦੇ ਦੀ ਸ਼ਰਧਾ ਨਾਲ ਬੰਦਨਾ ਕਰਦਾ, ਹਿਰਦੇ ਦੀ ਭਾਵਨਾ ਨਾਲ ਮੈਂ ਕਵੀ ਮੱਥਾ ਟੇਕਦਾ। ਪਰ ਦੇਹੋ ਗੁਣ ਕਹੋਂ ਰਰੋਂ। ਇਹ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਸਰੂਪ ਤੁਸੀਂ ਮੈਂ ਕਵੀ ਨੂੰ ਐਸਾ ਵਰ ਦੇਵੋ, ਜਿਸ ਕਰਕੇ ਮੈਂ ਦਸਾਂ ਸਰੂਪਾਂ ਦੇ ਜਿਹੜੇ ਦੈਵੀ ਗੁਣ ਹੈ, ਚੰਗੇ ਗੁਣ ਹੈ, ਉਹਨਾਂ ਨੂੰ ਮੈਂ ਉਚਾਰਨ ਕਰਾਂ। ਦੋਹਰਾ ਸ਼ਬਦ ਗੁਰੂ ਜੋ ਦਿਆਲ ਹਰ। ਜੋ ਗੁਰੂ ਗ੍ਰੰਥ ਸਾਹਿਬ ਸ਼ਬਦ ਸਰੂਪ ਹਨ ਤੇ ਬੜੇ ਦਿਆਲੂ ਹਨ, ਸਭ ਤਰ੍ਹਾਂ ਦੇ ਪਾਪਾਂ ਦੇ ਹਾਰਕ ਹਨ, ਜਾਂ ਹਰ ਰੂਪਨ ਬਾਣ ਪਰਮੇਸ਼ਰ ਰੂਪ ਹੀ ਹੈ, ਕਿਉਂਕਿ ਧੁਰਕੀ ਬਾਣੀ ਹੈ ਤੇ ਪਰਮੇਸ਼ਰ ਵਿੱਚੋਂ ਆਈ ਹੈ ਬਾਣੀ, ਕਰਕੇ ਫਿਰ ਪਰਮੇਸ਼ਰ ਦਾ ਰੂਪ ਹੀ ਹੈ। ਇਸ ਕਰਕੇ ਜੋ ਦਿਆਲੂ ਕਿਰਪਾਲੂ ਹੈ ਤੇ ਪਰਮੇਸ਼ਰ ਰੂਪ ਹੀ ਹੈ ਬਾਣੀ। ਐਸੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਪਾਂ ਦੇ ਹਾਰਕ
ਤੇ ਪਰਮੇਸ਼ਰ ਰੂਪ ਤੇ ਬੜੇ ਦਿਆਲੂ ਕਿਰਪਾਲੂ ਹੈ। ਬੰਦੋਂ ਬਾਰੰਬਾਰ ਐਸੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੈਂ ਕਵੀ ਬਾਰ-ਬਾਰ ਨਮਸਕਾਰਾਂ ਕਰਦਾ ਹਾਂ। ਬਰਨ ਸੁਦਾ ਕੇ ਗੁਰ ਕਿਰਪਾਲ। ਹਾਂ, ਜੋ ਦਿਆਲੂ ਕਿਰਪਾਲੂ ਸਤਿਗੁਰੂ, ਉਹਨਾਂ ਦੇ ਜਿਹੜੇ ਬਾਣੀ ਦੇ ਵਰਨ ਕੀ ਅੱਖਰ ਹੈ, ਇਹ ਕੋਈ ਜ਼ਹਿਰ ਵਰਗੇ ਨਹੀਂ ਹੈ। ਜਿਵੇਂ ਵਿਸ਼ਿਆਂ ਦੇ ਬਚਨ ਜਿਹੜੇ ਹੁੰਦੇ ਆ ਨਾ, ਅੱਖਰ ਹੁੰਦੇ, ਉਹ ਜ਼ਹਿਰ ਵਰਗੇ ਹੁੰਦੇ ਹੈ। ਪਰ ਗੁਰੂ ਗ੍ਰੰਥ ਸਾਹਿਬ ਦੇ ਜਿੰਨੇ ਵਰਨ ਕੀ ਅੱਖਰ ਹੈ, ਇਹ ਅੰਮ੍ਰਿਤ ਦੇ ਸਮਾਨ ਹੈ। ਇਸੇ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਾਰੇ। ਅੰਮ੍ਰਿਤ ਬਾਣੀ ਗੁਰ ਕੀ ਮੀਠੀ, ਗੁਰਮੁਖ ਵਿਖੇ ਗੁਰਮੁਖੀ ਨਾ ਬਿਰਲਾ ਚੱਕ ਡੀਠੀ। ਸੋ ਇਹ ਜਿਨ੍ਹਾਂ ਦੇ ਵਰਨ ਕੀ ਅੱਖਰ ਹੈ ਨਾ, ਦਿਆਲੂ ਕਿਰਪਾਲੂ ਸਤਿਗੁਰੂ ਦੇ, ਉਹ ਅੰਮ੍ਰਿਤ ਦੇ ਤੁੱਲ ਹੈ, ਅੰਮ੍ਰਿਤ ਦੇ ਸਮਾਨ ਹਨ। ਹਰ ਹਰ ਪ੍ਰੇਮ ਜੁਹਾਰ। ਇਸ ਕਰਕੇ ਜੋ ਇਹ ਹਰ ਹਰ, ਇਹ ਹਰਨੋ ਸਿੰਘ ਦਾ ਹੈ, ਪ੍ਰੇਮ ਅਗੈ ਸ਼ਬਦ ਹੈ। ਇਹ ਜਿਹੜਾ ਪ੍ਰੇਮ ਸਿੰਘ ਹੈ, ਐਸੇ ਹਰੀ ਸਰੂਪ ਗੁਰੂ ਗ੍ਰੰਥ ਸਾਹਿਬ ਜੋ ਦਿਆਲੂ ਕਿਰਪਾਲੂ ਹੈ, ਜਿਨ੍ਹਾਂ ਦੇ ਅੱਖਰ ਬਾਣੀ ਦੇ ਅੰਮ੍ਰਿਤ ਸਮਾਨ ਹੈ, ਉਹਨਾਂ ਨੂੰ ਮੈਂ ਜੋਹਾਰ ਕੇ ਨਮਸਕਾਰ ਕਰਦਾ ਹਾਂ। ਹਰ ਤਰ੍ਹਾਂ ਕਰਕੇ ਮੱਥਾ ਟੇਕਦਾ ਹਾਂ, ਅਸ਼ਟਾਂਗ ਵੀ ਕਰਦਾ, ਡਨੋਤਾਂ ਵੀ ਕਰਦਾ। ਸੋਰਠਾ ਸਿੱਖ ਸੰਤ ਹੈ ਜੋਏ। ਹੁਣ ਉਸ ਤੋਂ ਬਾਅਦ ਜਿੰਨੇ ਗੁਰੂ ਨਾਨਕ ਸਾਹਿਬ ਦੇ ਸਿੱਖ ਹਨ, ਜਾਂ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਤਨ ਸੇ ਸਿਆਈ ਨਾਨਕਾ ਪੂਰਨ ਸੋਈ ਸੰਤ। ਐਸੇ ਜਿਹੜੇ ਅੰਤ ਦੇ ਸਮੇਂ ਸਹਾਇਤਾ ਕਰਨ ਵਾਲੇ, ਨਾਨਕ ਕਚੜੀਆਂ ਸੋ ਟੋੜ ਢੂੰਡ ਸੱਜਣ ਸੰਤ ਪੱਕਿਆ, ਉਹੀ ਜੀਵਨ ਦੇ ਵਿਛੜਾ ਮੋਇਆ ਨਾ ਜਾਈ ਛੋੜ, ਜੋ ਮਰਨ ਤੋਂ ਬਾਅਦ ਵੀ ਨਹੀਂ ਛੱਡਦੇ, ਪਾਰ ਲੰਘਾਉਂਦੇ ਹਨ। ਐਸੇ ਜੋ ਸਿਮਰਨ ਵਾਲੇ ਸੰਤ ਹਨ। ਸਭ ਗੁਰ ਅੰਸ਼ ਸਥਾਨ ਗੁਰ। ਸਾਰੇ ਜਿਹੜੇ ਗੁਰੂ ਕੀ ਅੰਸ਼ ਵੰਸ਼ ਵਿੱਚ ਸਹਿਬ ਜਾਂਦੇ ਹਨ, ਸਾਰੇ ਗੁਰੂ ਕੇ ਅਸਥਾਨਾਂ ਤੇ ਰਹਿਣ ਵਾਲੇ, ਜਿਹੜੇ ਸੇਵਾ ਕਰਨ ਵਾਲੇ ਹਨ, ਤਿੰਨ ਕੋ ਬੰਧਨ ਹੋਏ। ਕਹਿੰਦੇ ਮੈਂ ਕਵੀ ਵੱਲੋਂ ਸਾਰਿਆਂ ਨੂੰ ਨਮਸਕਾਰ ਹੋਵੇ, ਸਾਰਿਆਂ ਨੂੰ ਮੈਂ ਮੱਥਾ ਟੇਕਦਾ। ਕਵੀ ਗੁਣੀ ਔ ਪੰਥ ਬਰ। ਜਿਹੜੇ ਖਾਲਸੇ ਪੰਥ ਵਿੱਚ ਸ੍ਰੇਸ਼ਟ ਗੁਣੀ ਲੋਕ ਹੈ, ਜਾਂ ਕਵੀ ਲੋਕ ਹੈ ਸ੍ਰੇਸ਼ਟ, ਸ੍ਰੇਸ਼ਟ ਕਵੀਆਂ ਨੂੰ ਵੀ ਮੱਥਾ ਟੇਕਦਾ, ਸ੍ਰੇਸ਼ਟ ਗੁਣੀ ਲੋਕਾਂ ਨੂੰ ਵੀ ਲੋਕ ਮੱਥਾ ਟੇਕਦਾ। ਜੋ ਵਰ ਕੇ ਸ੍ਰੇਸ਼ਟ ਖਾਲਸਾ ਪੰਥ ਹੈ, ਉਹਨੂੰ ਵੀ ਮੈਂ ਕਵੀ ਮੱਥਾ ਟੇਕਦਾ, ਖਾਲਸੇ ਨੂੰ ਵੀ ਨਮਸਕਾਰ ਕਰਦਾ। ਦੋਹਰਾ ਕਵ ਗੁਰ ਦੁਤੀਏ ਬੰਸ ਮਹਿ। ਇਹ ਜਿਹੜਾ ਕਵੀ ਸੰਤ ਰੇਣ ਪ੍ਰੇਮ ਸਿੰਘ ਹੈ, ਇਹ ਦੂਜੇ ਪਾਤਸ਼ਾਹ ਸਤਿਗੁਰੂ ਅੰਗਦ ਸਾਹਿਬ ਮਹਾਰਾਜ ਦੀ ਆਸ-ਵਾਸ ਪੈਦਾ ਹੋਇਆ ਹੈ। ਸੰਤ ਰੇਣ ਹਰ ਪ੍ਰੇਮ। ਕਹਿੰਦੇ ਇਸ ਕਵੀ ਦਾ ਨਾਮ ਸੰਤ ਰੇਣ ਪ੍ਰੇਮ ਸਿੰਘ ਹੈ। ਗੁਰ ਗਾਥਾ ਪ੍ਰਕਾਸ਼ ਹਿਤ। ਜੋ ਗੁਰੂ ਮਹਾਰਾਜ ਦੀ ਕਥਾ ਹੈ, ਉਹਨੂੰ ਪ੍ਰਕਾਸ਼ ਕਰਨ ਵਾਸਤੇ, ਪ੍ਰਗਟ ਕਰਨ ਵਾਸਤੇ। ਹੀਏ ਦਾਸ ਅਤ ਪ੍ਰੇਮ। ਇਹ ਦਾਸ ਦੇ ਹਿਰਦੇ ਵਿੱਚ ਬਹੁਤਾ ਅਤੀ ਪ੍ਰੇਮ ਹੈ। ਆਦ ਗੁਰੂ ਕੀ ਬੰਸ ਮੋਹ। ਦੱਸਦੇ ਆ ਪਹਿਲੇ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਅੰਸ਼ ਬੰਸ ਵਿੱਚੋਂ ਬਾਬਾ ਜੀ ਹਰ ਪ੍ਰੇਮ। ਜੋ ਬਾਬਾ ਪ੍ਰੇਮ ਸਿੰਘ ਜੀ ਹਨ ਮਹਾਨ। 10 ਗੁਰ ਗਾਥਾ ਸ਼ਰਵਨ ਮਹਿ। ਜਿਹੜੀ ਦਸਾਂ ਸਤਿਗੁਰਾਂ ਦੀ ਕਥਾ ਉਹਨੂੰ ਸੁਣਨ ਦੇ ਵਿੱਚ ਚਿਤ ਹੈ ਜਾਹੇ ਅਤ ਪ੍ਰੇਮ। ਜਿਨ੍ਹਾਂ ਦੇ ਚਿੱਤ ਵਿੱਚ ਬਹੁਤਾ ਹੀ ਪ੍ਰੇਮ ਪਿਆਰ ਹੈ। ਗੁਰ ਭਾਈ ਲਗ ਦਾਸ ਕੋ। ਇਹ ਜੋ ਬਾਬੇ ਦੀਆਂ ਦੀ ਬੰਸ ਵਿੱਚੋਂ ਬਾਬਾ ਪ੍ਰੇਮ ਸਿੰਘ ਦਾਸ ਦੇ ਛੋਟੇ ਗੁਰ ਭਾਈ ਹਨ। ਕਹਿੰਦੇ ਉਹਨਾਂ ਦੇ ਗੁਰ ਭਾਈ
ਗੁਰ ਭਾਈ ਲਗ ਦਾਸ ਕੋ। ਦਾਸ ਤੋਂ ਦਾਸ ਦੇ ਛੋਟੇ ਗੁਰੂ ਭਾਈ ਹਨ। ਇੱਕ ਬੇਰ ਮਾਮ ਢਿੱਗ ਆਏ। ਕਵੀ ਕਹਿੰਦਾ ਇੱਕ ਵਾਰੀ ਉਹ ਬਾਬਾ ਪ੍ਰੇਮ ਸਿੰਘ ਜੀ ਬੇਦੀਆਂ ਦੀ ਬੱਸ ਵਿੱਚੋਂ ਮੇਰੇ ਕੋਲ ਪਟਿਆਲੇ ਆਏ ਸਨ। ਇਹ ਰਹਿੰਦੇ ਸਨ ਸ੍ਰੀ ਅੰਮ੍ਰਿਤਸਰ ਸਾਹਿਬ। ਕਹਿਓ ਕਿ ਗੁਰ ਇਤਿਹਾਸ ਮੋਹ। ਮੈਨੂੰ ਆ ਕੇ ਕਿਹਾ ਵੀ ਜਿਹੜਾ ਸਤਿਗੁਰਾਂ ਦਾ ਸੋਹਣਾ ਇਤਿਹਾਸ ਹੈ, ਹਲ ਚੱਲ ਭਈ ਮਹਾਏ। ਹੈ ਤਾਂ ਕਹਿੰਦੇ ਬੜਾ ਮਹਾਨ ਸੋਹਣਾ ਸੀ, ਪਰ ਬਈ ਕਵੀ ਸੰਤ ਪ੍ਰੇਮ ਸਿੰਘ ਵੱਡੇ ਭਰਾ, ਇਹਦੇ ਵਿੱਚ ਬੜੀ ਹਲਚਲ ਹੋ ਗਈ ਹੈ, ਇਹਦੇ ਵਿੱਚ ਬਹੁਤ ਰਲਾ ਮਿਲਾ ਹੋ ਗਿਆ ਹੈ। ਗੁਰ ਅੰਗਦ ਪ੍ਰਥਮੋਹ ਪ੍ਰਥਮ। ਜਿਹੜੇ ਗੁਰੂ ਅੰਗਦ ਸਾਹਿਬ ਮਹਾਰਾਜ ਹੈ, ਉਹਨਾਂ ਨੇ ਸਭ ਤੋਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਰਚਿਓ ਗੁਰ ਇਤਿਹਾਸ। ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਇਤਿਹਾਸ ਸੀ ਨਾ, ਉਹ ਰਚਿਆ ਸੀ, ਲਿਖਵਾਇਆ ਸੀ ਭਾਈ ਪੈੜਾ ਮੁਖਾ ਖੱਤਰੀ ਰਾਹੀਂ, ਭਾਈ ਬਾਲਾ ਜੀ ਦੀ ਰਸਨਾ ਰਾਹੀਂ ਸੁਣ ਕੇ। ਤਸ ਵਿਦ ਸੰਤਤ ਤਿਨਹੋ ਤੁਮ। ਇਹ ਸੰਤ ਰੇਣ ਕਵੀ ਪ੍ਰੇਮ ਸਿੰਘ, ਉਸੇ ਤਰ੍ਹਾਂ ਤੁਸੀਂ ਵੀ ਗੁਰੂ ਅੰਗਦ ਸਾਹਿਬ ਦੀ ਸੰਤਾਨ ਵਿੱਚੋਂ ਹੀ ਹੋ। ਕਰੀਏ ਸ਼ੁੱਧ ਪ੍ਰਕਾਸ਼। ਤੇ ਤੁਸੀਂ ਹੁਣ ਜਿਹੜਾ ਇਤਿਹਾਸ ਇਹਦੇ ਵਿੱਚ ਰਲਾ ਮਿਲਾ ਹੋ ਗਿਆ, ਤੁਸੀਂ ਹੁਣ ਕਹਿੰਦੇ ਇਹਨੂੰ ਸ਼ੁੱਧ ਰੂਪ ਦੇ ਵਿੱਚ ਪ੍ਰਗਟ ਕਰ ਦਈਏ, ਸ਼ੁੱਧ ਰੂਪ ਦੇ ਵਿੱਚ ਲਿਖਾ ਦਈਏ। ਜਿਹੇ ਪਠਬੇ ਔ ਸ਼ਰਵਨ ਤੇ। ਇਸ ਸ਼ੁੱਧ ਇਤਿਹਾਸ ਦੇ ਪੜ੍ਹਨ ਅਤੇ ਸੁਣਨ ਕਰਕੇ ਹੋਇ ਗੁਰਮਤਿ ਪ੍ਰਚਾਰ। ਖਾਲਸੇ ਪੰਥ ਵਿੱਚ ਸਹੀ ਮਾਇਨਿਆਂ ਵਿੱਚ ਗੁਰਮਤਿ ਦਾ ਪ੍ਰਚਾਰ ਹੋ ਸਕੇ। ਪ੍ਰੀਤਮ ਕੇ ਬਚ ਪ੍ਰੀਤ ਭੇ। ਕਵੀ ਸੰਤ ਪ੍ਰੇਮ ਸਿੰਘ ਕਹਿੰਦਾ ਮੇਰੇ ਜੋ ਪ੍ਰੀਤਮ ਇਹ ਪ੍ਰੇਮ ਸਿੰਘ ਬੇਦੀਆਂ ਦੀ ਬੰਸ ਵਿੱਚ ਇਹਨਾਂ ਦੇ ਪ੍ਰੀਤੀ ਦੇ ਪਿਆਰ ਦੇ ਬਚਨ ਸੁਣ ਕੇ ਸੁਨ ਭਾ ਹਰਖ ਅਪਾਰ। ਮੈਨੂੰ ਤਾਂ ਬੇਅੰਤੀ ਪ੍ਰਸੰਨਤਾ ਹੋਈ, ਬਹੁਤ ਹੀ ਖੁਸ਼ੀ ਹੋਈ, ਕੋਈ ਹੱਦ ਬੰਨਾ ਨਾ ਰਿਹਾ। ਕਹਿਓ ਜਨਮ ਹੈ ਧਨ ਤੋਹੇ। ਮੈਂ ਪ੍ਰੇਮ ਸਿੰਘ ਬਾਬਾ ਜੀ ਨੂੰ ਕਿਹਾ ਵੀ ਤੁਹਾਡਾ ਤਾਂ ਇਹ ਸੰਸਾਰ ਦੇ ਵਿੱਚ ਜਨਮ ਤਾਰਿਆ ਹੀ ਧੰਤਾ ਜੋਗ ਹੈ। ਐਸ ਭਈ ਮਮ ਚਾਹ। ਜਿਸ ਕਰਕੇ ਤੁਹਾਡੇ ਮਨ ਦੇ ਵਿੱਚ ਐਸੀ ਚਾਹਨਾ ਉੱਠ ਖੜੋਤੀ ਹੈ ਵੀ ਗੁਰੂ ਦਾ ਇਤਿਹਾਸ ਸੋਹਣਾ ਸ਼ੁੱਧ ਹੋਵੇ। ਪ੍ਰਥਮ ਭੀ ਗਨ ਸਿੱਖ ਸੰਤ ਇਹ ਹਨ। ਵੀ ਬਾਬਾ ਪ੍ਰੇਮ ਸਿੰਘ ਪਹਿਲਾਂ ਵੀ ਜਿਹੜੇ ਸਮੂਹ ਸਿੱਖ ਹਨ, ਸਾਧੂ ਹਨ, ਭਾਨਿਓ ਮੋਹ ਅਸ ਭਾਹੇ। ਉਹਨਾਂ ਨੇ ਮੈਨੂੰ ਇਸ ਤਰ੍ਹਾਂ ਪਹਿਲਾਂ ਵੀ ਕਿਹਾ ਸੀ ਵੀ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਵੀ ਬਹੁਤ ਪ੍ਰਸੰਗ ਐਸੇ ਵੈਸੇ ਹੈ। ਕਵੀ ਸੰਤੋਖ ਸਿੰਘ ਜੀ ਵੀ ਉਸ ਰਚ ਕੇ ਗ੍ਰੰਥ ਅਕਾਲ ਤਖਤ ਤੇ ਭੇਟਾ ਕਰਕੇ ਸ੍ਰੀ ਛੱਡ ਗਏ, ਉਹਦੇ ਵਿੱਚ ਵੀ ਰਲਾ ਮਿਲਾ ਹੋ ਗਿਆ। ਫਿਰ ਤੁਸੀਂ ਹੁਣ ਗੁਰੂ ਅੰਗਦ ਸਾਹਿਬ ਦੀ ਅੰਸ਼ ਵਿੱਚੋਂ ਤੁਸੀਂ ਇਸ ਤਰ੍ਹਾਂ ਇਹ ਸੋਹਣਾ ਜਿਹੜਾ ਗ੍ਰੰਥ ਹੈ ਸ਼ੁੱਧ ਕਰਕੇ ਰਚੋਲ ਬਣਾਓ, ਲਿਖਾਓ। ਆਪ ਪ੍ਰੇਰਹਿ ਜਸ ਸਤਿਗੁਰੂ। ਇਹ ਵੀ ਗੁਰਸਿੱਖੋ, ਇਹ ਬਾਬਾ ਪ੍ਰੇਮ ਸਿੰਘ ਜਿਸ ਤਰ੍ਹਾਂ ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਮੇਰੇ ਮਨ ਨੂੰ ਪ੍ਰੇਰਨਗੇ, ਤਸਬਿਦ ਕਰੋ ਉਚਾਰ। ਮੈਂ ਆਪਣੇ ਵੱਲੋਂ ਨਹੀਂ, ਇਹ ਤਾਂ ਜਿਸ ਤਰ੍ਹਾਂ ਮਹਾਰਾਜ ਪ੍ਰੇਰਨਗੇ ਉਸ ਤਰ੍ਹਾਂ ਦਾ ਮੈਂ ਗੁਰੂ ਦਾ ਇਤਿਹਾਸ ਉਚਾਰਨ ਕਰਾਂਗਾ। ਗ੍ਰੰਥ ਸੁਗੁਰ ਪ੍ਰਕਾਸ਼ਪੁਰ। ਇਹ ਜਿਹੜਾ ਗ੍ਰੰਥ ਦਾ ਨਾਮ ਹੈ ਗੁਰਪੁਰ ਪ੍ਰਕਾਸ਼ ਹੋਵੇਗਾ। ਰਚਹੁ ਸਾਰ ਨਿਕਾਰ। ਹੋਰ ਜਿੰਨੇ ਧਾਰਮਿਕ ਪੁਸਤਕ ਹੈ, ਹੋਰ ਜਿੰਨੇ ਇਤਿਹਾਸ ਹੈ, ਉਹਨਾਂ ਵਿੱਚੋਂ ਜਿਹੜਾ ਸਾਰ ਹੈ ਉਹ ਚੰਗਾ ਪ੍ਰਸੰਗਾ ਉਹ ਕੱਢ ਕੇ ਤੇ ਫਿਰ ਮੈਂ ਇਹ ਗ੍ਰੰਥ ਗੁਰਪੁਰ ਪ੍ਰਕਾਸ਼ ਨਾਮ ਦਾ ਰਚਾਂਗਾ, ਲਿਖਾਂਗਾ। ਅਸਬਿਦ ਸੁਨ ਹਰ ਪ੍ਰੇਮ ਜੀ। ਇਹ ਇਸ ਤਰ੍ਹਾਂ ਦੇ ਮੇਰੇ ਬਚਨ ਸੁਣ ਕੇ ਬਾਬਾ ਪ੍ਰੇਮ ਸਿੰਘ ਜੀ ਭਾਖਿਓ ਪੁਨ ਇਹ ਭਾਏ। ਕਹਿੰਦੇ ਮੈਨੂੰ ਫਿਰ ਇਹ ਭਾਈ ਇਸ ਤਰ੍ਹਾਂ ਉਹਨਾਂ ਨੇ ਦੁਬਾਰਾ ਕਿਹਾ, ਸ਼੍ਰੀ ਗੁਰਪੁਰ ਪ੍ਰਕਾਸ਼ ਕਾ। ਵੇ ਤੁਸੀਂ ਕਹਿੰਦੇ ਹੋ ਮੈਂ ਇਹ ਗ੍ਰੰਥ ਦਾ ਨਾਮ ਗੁਰਪ੍ਰਕਾਸ਼ ਰੱਖਾਂਗਾ, ਵੀ ਇਹ ਜਿਹੜਾ ਗੁਰਪੁਰ ਪ੍ਰਕਾਸ਼ ਦਾ ਨਾਮ ਦਾ ਗ੍ਰੰਥ ਹੈ, ਇਹਦਾ ਜਿਹੜਾ ਅਰਥ ਹੈ ਕਹੋ ਅਰਥ ਸਮਝਾਏ। ਉਹ ਮੈਨੂੰ ਪ੍ਰੇਮ ਸਿੰਘ ਨੂੰ ਇਹ ਮੇਰੇ ਵੱਡੇ ਗੁਰ ਭਾਈ ਸਮਝਾ ਕੇ ਕਹਿ ਵੀ ਇਹ ਗੁਰਪੁਰ ਪ੍ਰਕਾਸ਼ ਗ੍ਰੰਥ ਦਾ ਅਰਥ ਕੀ ਹੈ, ਮੈਂ ਨਾ ਕੀ ਹੈ। ਭਨਿਓ ਦਾਸ ਤਬ ਗ੍ਰੰਥ ਕਾ।
ਐਵੇਂ ਗੁਰਸਿੱਖੋ ਮੈਂ ਬਾਬਾ ਜੀ ਨੂੰ ਕਿਹਾ ਵੀ ਇਸ ਗ੍ਰੰਥ ਦਾ ਸੁਨਹੁ ਅਰਥ ਮਨ ਲਾਏ। ਇਹ ਬਾਬਾ ਪ੍ਰੇਮ ਸਿੰਘ ਬੇਦੀਆਂ ਦੀ ਬੰਸ ਵਿੱਚੋਂ ਵਿਦਵਾਨ ਮੇਸ਼ੇ ਛੇਟੇ ਗੁਰ ਭਾਈ ਮਨ ਲਾ ਕੇ ਇਹ ਗ੍ਰੰਥ ਦਾ ਅਰਥ ਸੁਣ ਮੈਂ ਨਾ ਸੁਣ। ਗੁਰਪੁਰ ਜਾਨੋ ਗ੍ਰੰਥ ਇਹੋ। ਇਹ ਜਿਹੜਾ ਗੁਰਪੁਰ ਪ੍ਰਕਾਸ਼ ਨਾਮ ਦਾ ਗ੍ਰੰਥ ਹੈ ਇਹ ਤਾਂ ਗੁਰੂ ਕਾ ਸ਼ਹਿਰ ਹੈ, ਜਿਵੇਂ ਕੋਈ ਹੋਵੇ ਇਉਂ ਜਾਣ ਲਾ। ਮਹੱਲੇ 10 ਇਸ ਥਾਏ। ਇਸ ਤੇ ਠਾਕੀ ਜਿਹੜੇ ਹੈ, ਜਿਹੜੇ 10 ਮਹੱਲੇ ਹੈ, 10 ਪਾਤਸ਼ਾਹ ਹਨ, 10 ਸਰੂਪ ਹਨ। ਇਹ ਸ਼ਹਿਰ ਦੇ 10 ਮਹੱਲਿਆਂ ਵਾਂਗ ਹੈ। ਜਥਾ ਮਹੱਲੇ ਏਕ ਮਹੋ। ਜਿਵੇਂ ਇੱਕ ਇੱਕ ਮਹੱਲੇ ਦੇ ਵਿੱਚ ਹੋਰ ਮਹੱਲੇ, ਇੱਕ ਇੱਕ ਮਹੱਲੇ ਦੇ ਵਿੱਚ ਹੋਵਹਿ ਮਹਿਲ ਅਨੇਕ। ਹੋਰ ਅਨੇਕਾਂ ਤਰ੍ਹਾਂ ਦੇ ਮਹਿਲ ਮਾੜੀਆਂ ਹੁੰਦੇ ਆ। ਕੋਈ ਛੋਟੇ ਮਕਾਨ ਹੁੰਦੇ ਆ, ਕੋਈ ਵੱਡੇ ਮਕਾਨ, ਕੋਈ ਬੜੀਆਂ ਬੜੀਆਂ ਕੋਠੀਆਂ ਹੁੰਦੀਆਂ ਹਨ, ਕੋਈ ਹਵੇਲੀਆਂ ਹੁੰਦੀਆਂ ਹਨ। ਇਸ ਤਰ੍ਹਾਂ ਕਹਿੰਦੇ ਇਸ ਵਿੱਚ ਜਿਹੜੇ ਕੋਈ ਛੋਟੇ ਵੱਡੇ ਪ੍ਰਸੰਗ ਹੈ ਮਹਿਲ ਬਾਣੀਆਂ ਵਾਂਗ ਹੈ। ਛੋਟੇ ਜਿਹੜੇ ਪ੍ਰਸੰਗ ਉਹ ਘਰਾਂ ਵਾਂਗ ਹੈ, ਅਤੇ ਥੋੜ੍ਹੇ ਜਿਹੇ ਜਿਹੜੇ ਕੋਈ ਵੱਡੇ ਪ੍ਰਸੰਗ ਉਹ ਕੋਠੀਆਂ ਵਾਂਗ ਹੈ। ਇਸ ਤੋਂ ਹੋਰ ਜਿਹੜੇ ਵੱਡੇ ਵੱਡੇ ਪ੍ਰਸੰਗ ਹੈ ਜੋ ਕਈ ਦਿਨਾਂ 'ਚ ਚਲੇ ਜਾਂਦੇ, ਉਹ ਸਮਝ ਲਓ ਜਿਵੇਂ ਹਵੇਲੀਆਂ ਹੋਣ, ਮਹਿਲ ਮਾੜੀਆਂ ਹੋਣ। ਕੋਈ 10 ਛੱਤਾਂ ਵਾਲੀਆਂ, ਕੋਈ 12 ਛੱਤੀਆਂ, ਕੋਈ 3 ਛੱਤਾਂ ਹੁੰਦੀਆਂ, ਉਹਨਾਂ ਨੂੰ ਮਹਿਲ ਮਾੜੀਆਂ ਕਹਿ ਦਿੰਦੇ। ਕਹਿੰਦੇ ਇਸ ਤਰ੍ਹਾਂ ਦੇ ਵਿੱਚ ਅਨੇਕਾਂ ਕਹਿੰਦੇ ਮਹੱਲੇ ਹੋਣ, ਮਹਿਲ ਹੋਣਗੇ, ਅਨੇਕਾਂ ਮਕਾਨ ਰੂਪ ਹੋਣਗੇ ਪ੍ਰਸੰਗ। ਤਥਾ ਏਕ ਗੁਰ ਗਾਥ ਮਹਿ। ਉਸੇ ਤਰ੍ਹਾਂ ਇੱਕ ਗੁਰੂ ਕੀ ਕਥਾ ਵਿੱਚ, ਇੱਕ ਪ੍ਰਸੰਗ ਵਿੱਚ ਮੰਦਰ ਲਖੋ ਬਵੇਕ। ਇਹ ਮਹੱਲਿਆਂ ਵਿੱਚ ਜਿਵੇਂ ਕੋਈ ਮਹਿਲ ਹੁੰਦੇ ਹੈ, ਇਹ ਕਹਿੰਦੇ ਵਿਚਾਰ ਕੇ ਜਾਣ ਲਓ, ਤੁਸੀਂ ਮੰਦਰ ਜਾਣ ਲਓ, ਇਹ ਕਹਿੰਦੇ ਮਕਾਨ ਜਾਣ ਲਓ, ਮਹਿਲ ਮਾੜੀਆਂ ਜਾਣ ਲਓ। ਸੁਨ ਭਾਖਿਓ ਹਰ ਪ੍ਰੇਮ ਜੀ। ਮੇਰੇ ਪਾਸੋਂ ਸੁਣ ਕੇ ਬਾਬਾ ਪ੍ਰੇਮ ਸਿੰਘ ਜੀ ਨੇ ਫਿਰ ਮੈਨੂੰ ਐਸੇ ਆਖਿਆ, ਅਰਥ ਨੀਕ ਮਨ ਪਾਹੇ। ਜਦੋਂ ਤੁਸੀਂ ਇਹ ਗੁਰਪੁਰ ਪ੍ਰਕਾਸ਼ ਦਾ ਅਰਥ ਕੀਤਾ, ਇਹ ਮੈਂ ਚੰਗੀ ਤਰ੍ਹਾਂ ਸਮਝ ਪਾਇਆ। ਮੈਨੂੰ ਪਤਾ ਲੱਗ ਗਿਆ ਵੀ ਇਹ ਗੁਰਪੁਰ ਪ੍ਰਕਾਸ਼ ਨਾਮ ਦਾ ਗ੍ਰੰਥ ਵੀ ਇਹਦਾ ਮਹਿਨਾ ਹੈ ਵੀ ਗੁਰੂ ਕਾ ਜਿਹੜਾ ਸਾਰਾ ਇਤਿਹਾਸ ਹੈ ਇਹ ਸ਼ਹਿਰ ਵਾਂਗ ਹੈ। ਜਿਹੜੇ 10 ਗੁਰੂ ਹੈ 10 ਮਹੱਲਿਆਂ ਵਾਂਗ ਹੈ। ਇਹਦੇ ਵਿੱਚ ਜਿਹੜੇ ਤਰ੍ਹਾਂ ਤਰ੍ਹਾਂ ਦੇ ਪ੍ਰਸੰਗ ਹੈ ਉਹ 10 ਜਿਹੜੇ ਅੱਗੇ ਅੱਗੇ ਮਹਿਲ ਬਾਣੀਆਂ ਵਾਂਗ, ਮਕਾਨਾਂ ਵਾਂਗ, ਘਰਾਂ ਵਾਂਗ। ਇਹ ਚੰਗੀ ਤਰ੍ਹਾਂ ਅਰਥ ਮੈਂ ਮਨ ਵਿੱਚ ਪਾ ਲਿਆ, ਸਮਝ ਲਿਆ ਹੈ। ਤੋ ਇੱਕ ਸ਼ੰਕਾ ਔਰ। ਤਾਂ ਵਹੀ ਕਵੀ ਸੰਤ ਰੇਣ ਪ੍ਰੇਮ ਸਿੰਘ ਵਿਦਵਾਨ, ਇਹ ਤੋਂ ਬਗੈਰ ਇੱਕ ਹੋਰ ਵੀ ਮੈਨੂੰ ਸ਼ੰਕਾ ਹੈ। ਅਨਬੰਧ ਗ੍ਰੰਥ ਬਤਾਹੇ। ਇਹ ਜਿਹੜਾ ਗੁਰਪੁਰ ਪ੍ਰਕਾਸ਼ ਨਾਮ ਦਾ ਤੁਸੀਂ ਗ੍ਰੰਥ ਰਚਣ ਲੱਗੇ ਹੋ, ਇਹਦੇ ਵਿੱਚ ਜਿਹੜਾ ਅਨਬੰਧ ਮੈਨੂੰ ਦੱਸੀਏ। ਹੋ ਅਨਬੰਧ ਵੀ ਜਿਹੜਾ ਅਨ ਵਿਸ਼ੇਸ਼ ਕਰਕੇ ਬੰਧ ਕੀ ਜੋੜ ਦੇਵੇ, ਉਹ ਸੰਬੰਧ ਹੀ ਜੋੜਦਾ ਹੁੰਦਾ ਹੈ। ਜਿਵੇਂ ਆਪਾਂ ਵੀ ਕਿਵੇਂ ਸੰਬੰਧ ਹੈ, ਤੇਰਾ ਕੀ ਇਹਦੇ ਨਾਲ ਲਵਾਵ ਹੈ, ਤੇਰਾ ਇਹਦੇ ਨਾਲ ਕੀ ਰਿਸ਼ਤਾ ਹੈ, ਕਹਿੰਦੇ ਨਾ ਵੀ ਇਹ ਜਿਹੜਾ ਚੰਗੀ ਤਰ੍ਹਾਂ ਕਿਸੇ ਗ੍ਰੰਥ ਨਾਲ ਜੋੜ ਦੇਵੇ, ਬੰਨ੍ਹ ਦੇਵੇ, ਉਹਦੇ ਵਿੱਚ ਲਾ ਦੇਵੇ, ਉਹਨੂੰ ਅਨੁਬੰਧ ਕਹਿੰਦੇ। ਉਹ 4 ਤਰ੍ਹਾਂ ਦੇ ਹੁੰਦੇ ਹਨ ਸੰਬੰਧ, ਅਤੇ ਉਹ ਚੌਹਾਂ ਦਾ ਨਾਂ ਹੀ ਅਨੁਬੰਧ ਹੈ। ਇਹਦਾ ਨਿਰਣਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕਰ ਲਾਂਗੇ ਵੀ ਇਹ ਇੱਕ ਅਨੁਬੰਧ ਦਾ ਨਾਂ 4 ਰੂਪ ਦੇ ਵਿੱਚ ਕਿਵੇਂ ਹੈ। ਵੀ ਉਹ ਇਹਦੇ ਵਿੱਚ ਕਵੀ ਜੀ ਨੇ ਦੱਸਿਆ ਵੀ ਹੈ। ਵਿਚਾਰ ਸਾਗਰ ਦੇ ਵਿੱਚ ਨੇਚਲ ਦਾਸ ਨੇ ਬੜਾ ਖੋਲ ਖੋਲ ਕੇ ਦੱਸਿਆ। ਉੱਥੋਂ ਵੀ ਆਪਾਂ ਸੇਧ ਲਵਾਂਗੇ ਵਿਚਾਰ ਸਾਗਰ ਤੋਂ। ਅਤੇ ਜੋ ਕਵੀ ਜੀ ਨੇ ਆਪਣੇ ਸੰਖੇਪ ਰੂਪ ਦੇ ਇਹ 4 ਜਿਹੜੇ ਅਨੁਬੰਧ ਹੈ ਕਥਨ ਕੀਤੇ, ਉਹ ਵੀ ਆਪਾਂ ਪੜ੍ਹਾਂਗੇ, ਲਾਹਾ ਲਵਾਂਗੇ। ਇਹ 4 ਅਨੁਬੰਧਾਂ ਤੋਂ ਬਾਅਦ ਜਿਵੇਂ ਕਵੀ ਜੀ ਨੇ ਫਿਰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਸ ਸੰਸਾਰ ਦੇ ਵਿੱਚ ਆਉਣ ਦਾ ਕੀ ਕਾਰਨ ਸੀ, ਕਿਉਂ ਆਏ ਗੁਰੂ ਨਾਨਕ ਸਾਹਿਬ ਜੀ,
ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਏ ਸੀ ਉਹ ਕੈਸੇ ਸਨ, ਬਾਕੀ ਅਵਤਾਰਾਂ ਨਾਲੋਂ ਇਹਨਾਂ ਵਿੱਚ ਕੀ ਵਿਸ਼ੇਸ਼ਤਾ ਸੀ, ਕੀ ਮਹਾਨਤਾ ਸੀ, ਇਹ ਸਾਰਾ ਕੁਝ ਕਵੀ ਨੇ ਜਿਵੇਂ ਆਪਣੇ ਇਹ ਪੁਸਤਕ ਵਿੱਚ ਕਾਵਿ ਰਚਨਾ ਵਿੱਚ ਲਿਖਿਆ ਹੈ, ਉਹ ਆਪਾਂ ਨੰਬਰਵਾਰ ਪੜ੍ਹਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ। ਸੁਨ ਭਾਖਿਓ ਹਰ ਪ੍ਰੇਮ ਜੀ, ਅਰਥ ਨੀਕ ਮਨ ਪਾਹੇ, ਤੋ ਇੱਕ ਸ਼ੰਕਾ ਔਰ ਅਨਬੰਧ ਗ੍ਰੰਥ ਬਤਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਿਤ